कोई भी बंदा नवा काम स्टार्ट करता ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਨੇ ਵੀ ਇਹ ਕੰਮ ਨਾ ਕਰ, ਤੂੰ ਆਹ ਗੱਲ ਨੂੰ ਕਰਨ ਲੱਗਿਆ। ਤੁਹਾਡੇ ਨਾਲ ਵੀ ਹੋਇਆ ਹੋਣਾ। मेरे वांग मेरे नाल आके पहला लोग मिठियां गल्लां मारते हैं, बाबा जी काम किवें चलदा है, किन्ने के पैसे बना लैंदे हो, किवें चलदा, रोटी कौन बनाउंदा है, किवें गल है, किवें बात है, सारियां गल्लां पुछण तो बाद 3 दिन बाद मैनूं पता लगदा भी उन्होंने नाल दुकान खोल ली। कोई शहर ऐसा नहीं जित्थों लोग मेरे कोल नहीं आउंदे। लोग स्पैशल तौर ते उन्हां 'च एक भावना हुंदी है, पता नहीं लोगों नूं वीडियोज़ मेरी चंगी लगदियां ਜਿੱਦਾਂ ਕਿ ਉਹਦੇ ਜੰਗਲ 'ਚ ਤੁਸੀਂ ਮੰਗਲ ਲਾਇਆ ਸਰਹੰਦ ਰੋਡ ਦੇ ਉੱਪਰ ਨਹਿਰ ਤੋਂ ਇੱਧਰਲੀ ਸਾਈਡ, ਇੱਥੇ ਤਾਂ ਕੋਈ ਪਹਿਲਾਂ ਹੁੰਦਾ ਨਹੀਂ ਹੈਗਾ ਦੀ ਕੋਈ। ਇਹ ਸਾਡੀ ਦੁਨਿਆਵੀ ਸੋਚ ਹੈ ਵੀ ਮੈਂ ਜੰਗਲ 'ਚ ਮੰਗਲ ਲਾਇਆ, ਇਹੋ ਜਿਹੀ ਕੋਈ ਗੱਲ ਨਹੀਂ। ਲੇਕਿਨ ਹਾਂ ਪਰਮੇਸ਼ਵਰ ਦੀ ਕਿਰਪਾ ਜ਼ਰੂਰ ਹੁੰਦੀ ਹੈ। ਇੱਥੇ ਵਾਕਈ ਪਹਿਲਾਂ ਕੁਛ ਨਹੀਂ ਸੀਗਾ, ਅੱਜ ਇੱਥੇ ਖੂਬ ਰੌਣਕ ਹੈ। ਕਿਸੇ ਕੋਲ ਪੈਸਾ ਨਾ ਵੀ ਹੋਵੇ, ਮੈਂ ਤਾਂ ਰੋਟੀ ਖਵਾਉਣੀ ਹੈ। ਇਹ ਤਾਂ ਮੇਰੀ ਸ਼ੁਰੂ ਤੋਂ ਹੀ ਨੇਚਰ ਚੱਲੀ ਆ ਰਹੀ ਹੈ। ਕੋਈ ਪੈਸਾ ਕਿਸੇ ਕੋਲ ਫਾਲਤੂ ਨਹੀਂ ਲੈਣਾ, ਘੱਟ ਭਾਵੇਂ ਕੋਈ ਦੇ ਜਾਵੇ, ਖੁਸ਼ ਹੋ ਕੇ ਲੈਣਾ। घर की रोटी मिलती है, उन्होंने की मिल रहा है, कौन बना रहा है, टेस्ट चाहिए उन्होंने। बाबा जी का ढाबे से आके लोग ब्रेक मारते खाते लोग। एक्चुअली मैं सोचा भी ना कि रखीए, ये बाबे बूबे वाली कोई गल नहीं, ना मैं बाबा ना मैं कुछ होर है। बाबा जी को भोजन करके आओ, बाबा जी को भोजन करदे दी अपनी वीडियो बना के सानू भेजो। इस तरह लोग शौकिया तौर पर बड़ी दूरों आ रहे हैं, कोई नैनीताल तो आ रहा है, कोई अबोहर तो आ रहा है, कोई फिरोजपुर तो आ रहा है। ਜਿਹੜਾ ਤੁਹਾਨੂੰ ਗਿਆਨ ਪ੍ਰਾਪਤ ਹੋਦਾ ਕਿੱਦਾਂ ਹੋਇਆ ਬਾਬਾ ਜੀ? ਜਿਹੜਾ ਤੁਹਾਡੇ ਕੋਲ ਗਿਆਨ ਦੀ ਤੁਸੀਂ ਗੱਲਾਂ ਕਰਦੇ ਹੋ, ਇਹ ਗਿਆਨ ਤਾਂ ਅੱਜ ਕੱਲ੍ਹ ਕਿਤਾਬਾਂ 'ਚ ਆਉਂਦਾ, ਵੀਡੀਓ 'ਚ ਮਿਲਦਾ ਨਹੀਂ। ਬਿਨਾਂ ਪਰਮੇਸ਼ਵਰ ਦੀ ਕਿਰਪਾ ਤੋਂ ਕਿਸੇ ਨੂੰ ਨਾ ਕਦੇ ਗਿਆਨ ਹੋਇਆ ਨਾ ਹੋਣਾ ਹੈ। ਸਾਧੂ ਸੰਤ ਮਹਾਤਮਾ ਜਿੰਨੇ ਉਰੋਂ ਲੰਘਦੇ ਆ, ਜਿੰਨੇ ਪੰਜਾਬ 'ਚ ਸਾਧੂਆਂ ਦੇ ਡੇਰੇ ਨੇ, ਉਹ ਸਭ ਮੇਰੇ ਕੋਲੋਂ ਪ੍ਰਸ਼ਾਦਾ ਛਕ ਕੇ ਜਾਂਦੇ ਆ, ਚਾਹੇ 5 ਹੋਣ ਚਾਹੇ 10 ਹੋਣ। ਕਿਸੇ ਨੂੰ ਕੋਈ ਜਵਾਬ ਨਹੀਂ, ਲੱਸੀ ਪੀਣ, ਰੱਜ ਕੇ ਪੀਣ, ਜੋ ਮਰਜ਼ੀ ਕਰਨ, ਜੋ ਮਰਜ਼ੀ ਖਾਣ। ਕਦੇ ਕਿਸੇ ਨੂੰ ਪੈਸੇ ਦੀ ਮਤਲਬ ਹੀ ਨਹੀਂ ਕੋਈ ਇਹੋ ਜਿਹੀ ਗੱਲ ਆਈ। ਅੱਜ ਕੱਲ੍ਹ ਜਿੱਦਾਂ ਹੁਣ ਕੰਪੀਟੀਸ਼ਨ ਦਾ ਜ਼ਮਾਨਾ, ਪਹਿਲਾਂ ਤੁਸੀਂ ਇਕੱਲੇ ਸੀ, ਹੁਣ ਅਨੇਕਾਂ ਹੀ ਇੱਥੇ ਦੁਕਾਨਾਂ ਖੁੱਲ੍ਹ ਗਈਆਂ ਨੇ, ਫਰਕ ਨਹੀਂ ਪਿਆ ਉਹਨਾਂ ਨਾਲ? ਨਹੀਂ, ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ। ਲੋਕੀ ਬਹੁਤ ਮੋਟੀਵੇਟ ਹੋਏ ਹੈ। ਚੰਡੀਗੜ੍ਹ ਸਾਈਡ, ਰੋਪੜ ਸਾਈਡ, ਲੁਧਿਆਣੇ ਵੀ ਬਹੁਤ ਸਾਰੇ ਲੋਕ ਮੱਕੀ ਦੀ ਰੋਟੀ ਸਾਗ ਦਾ ਆਪਣਾ ਕੋਈ ਮੋਟਰਸਾਈਕਲ 'ਤੇ ਕਰ ਰਿਹਾ ਹੈ, ਕੋਈ ਮੋਟਰਸਾਈਕਲ ਰੇੜੇ 'ਤੇ ਕਰ ਰਿਹਾ ਹੈ, ਕੋਈ ਆਪਣੀ ਐਸੀਆਂ ਗੱਡੀਆਂ ਬਣਾ ਲਈਆਂ ਗਈਆਂ ਨੇ। ਬਾਬਾ ਜਿਹੜੀ ਤੁਸੀਂ ਗਿਆਨ ਦੀ ਗੱਲ ਕਰਦੇ ਹੋ, ਕੀ ਪਰਮੇਸ਼ਵਰ ਨੂੰ ਪਾਇਆ ਜਾ ਸਕਦਾ? ਪਰਮੇਸ਼ਵਰ ਨੂੰ ਬਿਲਕੁਲ ਪਾਇਆ ਜਾ ਸਕਦਾ। ਪਰਮੇਸ਼ਵਰ ਨੂੰ ਘਰ ਰਹਿ ਕੇ ਹੀ ਪਾਇਆ ਜਾ ਸਕਦਾ। ਭਗਤੀ ਘਰ ਰਹਿ ਕੇ ਹੀ ਹੋ ਸਕਦੀ ਹੈ। ਪਰਮੇਸ਼ਵਰ ਦੀ ਖੋਜ ਵਾਸਤੇ ਨਿਕਲ ਜਾਂਦੇ ਆ, ਉਹ ਬਾਹਰ ਜਾ ਕੇ ਜ਼ਿਆਦਾਤਰ ਉਹਨਾਂ ਨੂੰ ਧੱਕੇ ਹੀ ਖਾਣੇ ਪੈਂਦੇ ਆ, ਕਿਉਂਕਿ ਬਾਹਰ ਪਰਮੇਸ਼ਵਰ ਨੂੰ ਲੱਭਣਾ ਬਹੁਤ ਔਖਾ ਹੈ। ਔਰ ਆਪਣੇ ਘਰ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਰਹਿ ਕੇ ਤੁਸੀਂ ਸੇਵਾ ਕਰਕੇ, ਸਿਮਰਨ ਕਰਕੇ, ਭਗਤੀ ਕਰਕੇ ਪਰਮੇਸ਼ਵਰ ਨੂੰ ਘਰ 'ਚ ਹੀ ਪਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਨਿਊਜ਼ ਟੇਲਰ। ਮੈਂ ਬੂਟਾ ਲੱਦਣ ਪਹੁੰਚ ਗਏ ਬਾਬਾ ਜੀ ਦੇ ਢਾਬੇ ਦੇ ਉੱਪਰ। ਬਾਬਾ ਜੀ ਨੇ ਮੈਂ ਗੱਲਬਾਤ ਕਰਦੇ ਹਾਂ। ਬਾਬਾ ਤੁਹਾਡਾ ਸਵਾਗਤ ਚੈਨਲ ਦੇ ਵਿੱਚ। ਤੁਹਾਡਾ ਵੀ ਸਵਾਗਤ ਹੈ, ਵੈਲਕਮ। ਨਵਾਂ ਚੈਨਲ ਤੁਹਾਡਾ ਸ਼ੁਰੂ ਹੋਇਆ ਹੈ, ਚੰਗੀ ਗੱਲ ਹੈ। ਹੋਰ ਸੁਣਾਓ ਜੀ, ਕਿੱਦਾਂ? ਠੀਕ ਠਾਕ? ਬਹੁਤ ਵਧੀਆ। ਪਿਛਲੇ ਮਹੀਨੇ ਮੈਂ ਛੁੱਟੀਆਂ ਕਰ ਗਏ। ਉਹ ਐਕਚੁਅਲੀ ਬੱਚਿਆਂ ਨੇ ਸ਼ਿਮਲੇ ਇੱਕ ਰੈਸਟੋਰੈਂਟ ਲੈ ਲਿਆ ਸੀ। ਅੱਛਾ ਜੀ। ਉੱਥੇ ਥੋੜ੍ਹੀ ਜਿਹੀ ਉਹਨਾਂ ਨੂੰ, ਬੱਚੇ ਪੜ੍ਹਦਾ ਸੀਗਾ, ਉਹਦੇ ਪੇਪਰ ਆ ਗਏ, ਅਤੇ ਫਿਰ ਉੱਥੇ ਕਹਿੰਦੇ ਵੀ ਜਿੱਥੇ ਕੋਈ ਕੰਮ ਨਾ ਕਰੇ ਉੱਥੇ ਬਜ਼ੁਰਗਾਂ ਨੂੰ ਫਸਾ ਦਿੰਦੇ ਆ। ਤਾਂ ਮੈਂ ਥੋੜ੍ਹੇ ਦਿਨ ਉੱਥੇ ਚਲਾ ਗਿਆ, ਅਤੇ ਮੈਨੂੰ 22-20 ਦਿਨ ਸ਼ਿਮਲੇ ਲੱਗ ਗਏ। ਰੈਸਟੋਰੈਂਟ ਉਹਨਾਂ ਨੇ ਲਿਆ ਸੀਗਾ। ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਫਾਰਗ ਹੋ ਗਿਆ, ਮੈਂ ਇੱਥੇ ਆ ਕੇ ਆਪਣਾ ਫਿਰ ਕੰਮ ਖੋਲ੍ਹ ਲਿਆ। ਅੱਜ ਕੱਲ੍ਹ ਕੀ ਚਲਾ ਰਹੇ ਹੋ? ਜਿੱਦਾਂ ਕਿ ਪਹਿਲਾਂ ਮੱਕੀ ਰੋਟੀ, ਸਰੋਂ ਦਾ ਸਾਗ ਚਲਾਉਂਦੇ। ਅੱਜ ਕੱਲ੍ਹ ਸਿੰਪਲ ਰੋਟੀ ਚੱਲ ਰਹੀ ਹੈ, ਤਵੇ ਦੀ ਕਣਕ ਦੀ ਰੋਟੀ ਹੈ, ਕੜੀ ਹੈ, ਕੜੀ ਦੇ ਨਾਲ ਚਾਵਲ ਵੀ ਹੁੰਦੇ ਆ, ਰਾਜਮਾ ਵੀ ਹੁੰਦੇ ਆ, ਸੁੱਕੀ ਸਬਜ਼ੀ ਹੁੰਦੀ ਹੈ। ਅੱਜ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ ਹੈ, ਮੂੰਗੀ ਸਾਬਤ ਦਾਲ ਹੈ, ਚਾਵਲ ਹੈ, ਰਾਜਮਾ ਵੀ ਬਣਾਏ ਸੀਗੇ, ਅਤੇ ਲੱਸੀ ਹੁੰਦੀ ਹੈ, ਨਾਲ 2-3 ਤਰ੍ਹਾਂ ਦਾ ਅਚਾਰ ਹੈ। ਲੋਕ ਖਾਂਦੇ ਮੇਰੇ ਕੋਲ, ਉਹਨਾਂ ਨੂੰ ਘਰ ਦੀ ਰੋਟੀ ਮਿਲਦੀ ਹੈ। ਉਹਨਾਂ ਨੂੰ ਕੀ ਮਿਲ ਰਿਹਾ ਹੈ, ਕੌਣ ਬਣਾ ਰਿਹਾ ਹੈ, ਟੇਸਟ ਚਾਹੀਦਾ ਉਹਨਾਂ ਨੂੰ। ਬਾਬਾ ਜੀ ਦਾ ਢਾਬੇ 'ਤੇ ਆ ਕੇ ਲੋਕ ਬ੍ਰੇਕਾਂ ਮਾਰਦੇ ਖਾਂਦੇ ਲੋਕ। ਅੱਜ ਵੀ ਰੌਣਕਾਂ ਲੱਗੇ ਨੇ, ਜਿੱਦਾਂ ਕਿ ਲੱਗਦਾ ਵੀ ਪਿੱਛੇ ਜੀ ਸੰਡੇ ਨੂੰ ਵੀ ਲੋਕ ਜਿਹੜੇ ਘੁੰਮਣ ਆਉਂਦੇ ਨੇ ਨਾ, ਉਹ ਸੰਡੇ ਨੂੰ ਵੀ ਆ ਜਾਂਦੇ ਮੇਰੇ ਕੋਲ, ਕੁਛ ਨਾ ਕੁਛ ਖਾ ਕੇ ਜਾਂਦੇ ਨੇ। ਹਾਂ,
ਇੱਕ ਬਾਬਾ ਜੀ ਦਾ ਜਿਹੜਾ ਨਾਂ ਕਿੱਦਾਂ ਪਿਆ ਸੀ, ਜਿਹੜਾ ਬਾਬਾ ਜੀ ਦਾ ਜਿਹੜਾ ਥੋੜਾ ਨਾਂ ਚੱਲਦਾ ਪਿਆ ਕਾਫੀ ਵੀਡੀਓ ਦੇ ਵਿੱਚ? ਐਕਚੁਅਲੀ ਮੈਂ ਸੋਚਿਆ ਵੀ ਨਾਂ ਕਿਹੜਾ ਰੱਖੀਏ, ਇਹਦੇ 'ਚ ਬਾਬੇ ਬੂਬੇ ਵਾਲੀ ਕੋਈ ਗੱਲ ਨਹੀਂ, ਨਾ ਮੈਂ ਬਾਬਾ ਨਾ ਮੈਂ ਕੁਝ ਹੋਰ ਹੈ। ਇਹ ਮੈਂ ਸਿਰਫ ਨਾ ਬਾਬਾ ਇੱਕ ਜਿੱਦਾਂ ਆਪਾਂ ਕਹਿੰਦੇ ਆ ਟ੍ਰੇਡ ਮਾਰਕ ਬਣਾ ਲਿਆ, ਬਾਬਾ ਜੀ ਦਾ ਢਾਬਾ। ਲੋਕਾਂ ਨੇ ਬਾਬੇ ਦਾ ਢਾਬਾ, ਮੈਂ ਬਾਬਾ ਜੀ ਦਾ ਢਾਬਾ। ਇਹ ਸਿਰਫ ਇੱਕ ਲੋਗੋ ਟਾਈਪ ਹੈ। ਅੱਛਾ, ਲੋਗੋ ਬਣ ਗਿਆ, ਲੋਗੋ ਬਣਾ ਲਿਆ ਇਹ ਬਾਬਾ ਜੀ ਦਾ ਢਾਬਾ। ਔਰ ਬਾਬਾ ਜੀ ਦੇ ਢਾਬੇ ਦੇ ਨਾਲ ਇਸ ਨਾਂ ਨਾਲ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਿਆ। ਲੋਕ ਕੋਈ ਅਮਰੀਕਾ ਤੋਂ ਫੋਨ ਕਰ ਰਿਹਾ, ਕੋਈ ਇੰਗਲੈਂਡ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਿਹਾ, ਕੋਈ ਕੈਨੇਡਾ ਦਾ ਫੋਨ ਕਰ ਰਿਹਾ, ਆਪਣੇ ਰਿਸ਼ਤੇਦਾਰਾਂ ਨੂੰ ਐਡਵਾਈਜ਼ ਕਰਦੇ ਆ ਵੀ ਬਾਬਾ ਜੀ ਕੋਲ ਜਾ ਕੇ ਆਓ, ਬਾਬਾ ਜੀ ਕੋਲ ਭੋਜਨ ਕਰਕੇ ਆਓ, ਬਾਬਾ ਜੀ ਕੋਲ ਭੋਜਨ ਕਰਦਿਆਂ ਦੀ ਆਪਣੀ ਵੀਡੀਓ ਬਣਾ ਕੇ ਸਾਨੂੰ ਉਹਨੂੰ ਭੇਜੋ। ਇਸ ਤਰ੍ਹਾਂ ਲੋਕੀ ਸ਼ੌਕੀਆ ਤੌਰ ਤੇ ਬੜੀ ਦੂਰੋਂ ਆ ਰਹੇ ਹੈ। ਕੋਈ ਨੈਨੀਤਾਲ ਤੋਂ ਆ ਰਿਹਾ, ਕੋਈ ਅਬੋਹਰ ਤੋਂ ਆ ਰਿਹਾ, ਕੋਈ ਫਿਰੋਜ਼ਪੁਰ ਤੋਂ ਆ ਰਿਹਾ। ਫਿਰੋਜ਼ਪੁਰ ਤੋਂ ਬੜੇ ਲੋਕੀ ਮੇਰੇ ਕੋਲ ਆ ਰਹੇ ਆ। ਇਹ ਮੋਗਾ ਹੈ, ਚੰਡੀਗੜ੍ਹ ਹੈ, ਅੰਮ੍ਰਿਤਸਰ ਹੈ, ਯਮੁਨਾ ਨਗਰ, ਅੰਬਾਲਾ, ਪੰਚਕੂਲਾ, ਚੰਡੀਗੜ੍ਹ। ਕੋਈ ਸ਼ਹਿਰ ਐਸਾ ਨਹੀਂ ਜਿੱਥੋਂ ਲੋਕ ਮੇਰੇ ਕੋਲ ਨਹੀਂ ਆਉਂਦੇ। ਲੋਕ ਸਪੈਸ਼ਲ ਤੌਰ ਤੇ ਉਹਨਾਂ 'ਚ ਇੱਕ ਭਾਵਨਾ ਹੁੰਦੀ ਹੈ, ਪਤਾ ਨਹੀਂ ਲੋਕਾਂ ਨੂੰ ਵੀਡੀਓਜ਼ ਮੇਰੀ ਚੰਗੀ ਲੱਗਦੀਆਂ ਹੈ ਜਾਂ ਮੈਂ ਕੋਈ ਗੱਲਬਾਤ ਐਸੀ ਕਹਿ ਦਿੰਦਾ ਜਿਹੜੀ ਉਹਨਾਂ ਦੇ ਆਤਮਾ ਨੂੰ ਛੂਹ ਜਾਂਦੀ ਹੈ, ਮਨ ਨੂੰ ਛੂਹ ਜਾਂਦੀ ਹੈ। ਲੋਕ ਸਪੈਸ਼ਲ ਆਉਂਦੇ ਨੇ। ਇੱਕ ਕੱਲ੍ਹ ਯਮੁਨਾ ਨਗਰ ਤੋਂ ਨਾ ਕੁਰੂਕਸ਼ੇਤਰ ਤੋਂ ਗੱਲ ਇੱਕ ਫੈਮਿਲੀ ਆਈ ਸੀ, ਮੀਆਂ ਬੀਬੀ ਆਏ। ਉਹ ਕਹਿੰਦੇ ਬਾਬਾ ਜੀ ਅਸੀਂ 20 ਕਿਲੋਮੀਟਰ ਤੋਂ ਪੁੱਛਦੇ ਜਾ ਰਹੇ ਵੀ ਬਾਬਾ ਜੀ ਦਾ ਢਾਬਾ ਕਿੰਨੀ ਦੂਰ ਰਹਿ ਗਿਆ, ਬਾਬਾ ਜੀ ਦਾ ਢਾਬਾ ਕਿੰਨੀ ਦੂਰ ਰਹਿ ਗਿਆ। ਇੱਕ ਯਮੁਨਾ ਨਗਰ ਤੋਂ ਇੱਕ ਬਾਊ ਜੀ ਆਏ ਤੇ ਕਹਿੰਦੇ ਮੇਰੀ ਬੜੀ ਇੱਛਾ ਸੀ ਵੀ ਮੈਂ ਤੁਹਾਡੇ ਕੋਲ ਆ ਕੇ ਭੋਜਨ ਕਰਾਂ। ਕੁਝ ਵੀਡੀਓਜ਼ ਦੇ ਵਿੱਚ ਮੈਂ ਗੱਲਾਂ ਇਹੋ ਜਿਹੀਆਂ ਸੁਣਾ ਦਿੰਦਾ ਜਿਹੜੀਆਂ ਲੋਕਾਂ ਨੇ ਅੱਜ ਤੱਕ ਸੁਣੀਆਂ ਨਹੀਂ, ਜਾਂ ਪ੍ਰਚਾਰਕਾਂ ਨੇ, ਧਰਮ ਦੇ ਪ੍ਰਚਾਰਕਾਂ ਨੇ, ਚਾਹੇ ਉਹ ਕਿਸੇ ਕਿਸੇ ਰਿਲੀਜੀਅਸ ਦੇ ਹੋਣ, ਉਹਨਾਂ ਨੇ ਇਹ ਗੱਲਾਂ ਜਾਂ ਉਹਨਾਂ ਨੂੰ ਪਤਾ ਨਹੀਂ, ਜਾਂ ਉਹ ਜੇ ਪਤਾ ਨਹੀਂ ਤਾਂ ਜੇ ਪਤਾ ਹੋਵੇ ਤਾਂ ਕਹਿੰਦੇ ਹੋਣ। ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਸੁਣਾਉਣਾ ਉਹ ਪਤਾ ਨਹੀਂ। ਮੇਰੇ ਕੋਲ ਕੁਛ ਖਾਸ ਕਿਸਮ ਦੇ ਲੋਕ, ਪੜ੍ਹੇ ਲਿਖੇ, ਗਿਆਨੀ, PhD, ਸਿੱਖ ਧਰਮ ਨਾਲ ਜੁੜੇ ਹੋਏ ਪ੍ਰਚਾਰਕ, ਜਿਵੇਂ ਕੀਰਤਨੀਏ, ਉਹ ਮੇਰੇ ਕੋਲ ਆਉਂਦੇ ਨੇ, ਮੇਰੇ ਨਾਲ ਗੱਲਬਾਤ ਵੀ ਕਰਦੇ ਨੇ, ਕੁਝ ਡੂੰਘੀਆਂ ਗੱਲਾਂ ਵੀ ਕਰਦੇ ਨੇ। ਉਹਨਾਂ ਦੀ ਹਾਰਦਿਕ ਦਿਲੀ ਤਮੰਨਾ ਹੁੰਦੀ ਹੈ ਵੀ ਬਾਬਾ ਜੀ ਕੋਲ ਅਸੀਂ ਬੈਠ ਕੇ ਦੋ ਗੱਲਾਂ ਵੀ ਕਰੀਏ, ਪ੍ਰਸ਼ਾਦਾ ਵੀ ਛਕ ਕੇ ਜਾਈਏ। ਜਿਹੜਾ ਤੁਹਾਨੂੰ ਗਿਆਨ ਪ੍ਰਾਪਤ ਹੋਦਾ ਕਿੱਦਾਂ ਹੋਇਆ ਬਾਬਾ ਜੀ, ਜਿਹੜਾ ਤੁਹਾਡੇ ਕੋਲ ਗਿਆਨ ਦੀ ਤੁਸੀਂ ਗੱਲਾਂ ਕਰਦੇ ਹੋ? ਇਹ ਗਿਆਨ ਤਾਂ ਅੱਜ ਕੱਲ੍ਹ ਕਿਤਾਬਾਂ 'ਚ ਆਉਂਦਾ, ਵੀਡੀਓ 'ਚ ਮਿਲਦਾ ਨਹੀਂ ਹੈਗਾ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਗਿਆਨ ਤਾਂ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਹੁੰਦਾ। ਇਹ ਪੜ੍ਹਾਈ ਵਾਲਾ ਕੰਮ ਨਹੀਂ ਹੈ ਵੀ ਆਪਾਂ ਨੇ ਕਿਤੋਂ ਪੜ੍ਹਿਆ। ਇਹ ਤਾਂ ਪਰਮੇਸ਼ਵਰ ਦੀ ਕਿਰਪਾ ਹੈ, ਗੁਰੂ ਕਿਰਪਾ ਹੈ, ਆਪਣਾ ਤਿਆਗ ਦੀ ਭਾਵਨਾ ਹੈ। ਜ਼ਿਆਦਾ ਤਾਂ ਪਰਮੇਸ਼ਵਰ ਦੀ ਕਿਰਪਾ ਹੀ ਹੁੰਦੀ ਹੈ। ਬਿਨਾਂ ਪਰਮੇਸ਼ਵਰ ਦੀ ਕਿਰਪਾ ਤੋਂ ਕਿਸੇ ਨੂੰ ਨਾ ਕਦੇ ਗਿਆਨ ਹੋਇਆ ਨਾ ਹੋਣਾ ਹੈ। ਜੋ ਕੋਈ ਜਿੰਨਾ ਮਰਜ਼ੀ ਕਹੀ ਜਾਵੇ, ਪਰਮੇਸ਼ਵਰ ਦੀ ਕਿਰਪਾ ਤੋਂ ਬਗੈਰ, ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਤੋਂ ਬਗੈਰ ਕਿਸੇ ਨੂੰ ਕੁਝ ਵੀ ਗਿਆਨ ਹੋ ਹੀ ਨਹੀਂ ਸਕਦਾ। ਜਿੱਦਾਂ ਕਹਿੰਦੇ ਮਾਲਕ ਤੋਂ ਬਗੈਰ ਪੱਤਾ ਨਹੀਂ ਹਿਲਦਾ। ਹਾਂ, ਇਹ ਕਹਾਵਤ ਤਾਂ ਜ਼ਰੂਰ ਹੈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਕਹਾਵਤ ਹੈ ਕਿਆ। ਵੀ ਆਰ ਰਿਮੋਟ ਕੰਟਰੋਲ ਬਾਏ ਗੋਡ। ਜਿੱਦਾਂ ਕਿ ਉਹਦੇ ਜੰਗਲ 'ਚ ਤੁਸੀਂ ਮੰਗਲ ਲਾਇਆ, ਸਰਹੰਦ ਰੋਡ ਦੇ ਉੱਪਰ, ਨਹਿਰ ਤੋਂ ਇੱਧਰਲੀ ਸਾਈਡ, ਇੱਥੇ ਤਾਂ ਕੋਈ ਪਹਿਲਾਂ ਹੁੰਦਾ ਨਹੀਂ ਹੈਗਾ ਦੀ ਕੋਈ ਗੱਲ। ਇਹ ਹੈ, ਪਹਿਲਾਂ ਵੀ ਮੇਰੀ ਇੱਕ ਦੋ ਵਾਰੀ ਗੱਲ ਹੋਈ ਹੈ ਵੀ ਮੈਂ ਜੰਗਲ 'ਚ ਮੰਗਲ ਕੋਈ ਨਹੀਂ ਲਾਇਆ। ਹਾਂਜੀ, ਜੰਗਲ 'ਚ ਮੰਗਲ ਤਾਂ ਪਰਮੇਸ਼ਵਰ ਹੀ ਕਰਦਾ। ਇਹ ਸਾਡੀ ਦੁਨਿਆਵੀ ਸੋਚ ਹੈ ਵੀ ਮੈਂ ਜੰਗਲ 'ਚ ਮੰਗਲ ਲਾਇਆ, ਇਹੋ ਜਿਹੀ ਕੋਈ ਗੱਲ ਨਹੀਂ। ਲੇਕਿਨ ਹਾਂ, ਪਰਮੇਸ਼ਵਰ ਦੀ ਕਿਰਪਾ ਜ਼ਰੂਰ ਹੁੰਦੀ ਹੈ। ਇੱਥੇ ਵਾਕਈ ਪਹਿਲਾਂ ਕੁਛ ਨਹੀਂ ਸੀਗਾ, ਅੱਜ ਇੱਥੇ ਖੂਬ ਰੌਣਕ ਹੈ ਔਰ ਲੋਕਾਂ ਨੂੰ ਤਾਜ਼ੀ ਰੋਟੀ, ਤਾਜ਼ੇ ਪ੍ਰਸ਼ਾਦੇ, ਹਾਂਜੀ, ਲੱਸੀ ਵਗੈਰਾ, ਸਾਗ ਮੱਕੀ ਦੀ ਰੋਟੀ ਵੀ ਚੱਲ ਇੱਕ ਦੋ ਦਿਨਾਂ 'ਚ ਸ਼ੁਰੂ ਹੋ ਜਾਣੀ ਹੈ। ਅਤੇ ਲੋਕਾਂ ਨੂੰ ਸਾਗ ਮੱਕੀ ਦੀ ਰੋਟੀ ਦਾ ਇੰਤਜ਼ਾਰ ਹੈ ਅਤੇ ਲੋਕ ਖੁਸ਼ ਹੋ ਕੇ ਜਾਂਦੇ ਆ। ਮੇਰੇ ਕੋਲ ਤਾਂ ਗੱਲ ਹੋਰ ਹੈ, ਕੋਈ ਪੈਸਾ, ਕਿਸੇ ਕੋਲ ਪੈਸਾ ਨਾ ਵੀ ਹੋਵੇ, ਮੈਂ ਤਾਂ ਰੋਟੀ ਖਵਾਉਣੀ ਹੈ। ਇਹ ਤਾਂ ਮੇਰੀ ਸ਼ੁਰੂ ਤੋਂ ਹੀ ਨੇਚਰ ਚੱਲੀ ਆ ਰਹੀ ਹੈ। ਕੋਈ ਪੈਸਾ ਕਿਸੇ ਕੋਲ ਫਾਲਤੂ ਨਹੀਂ ਲੈਣਾ, ਘੱਟ ਭਾਵੇਂ ਕੋਈ ਦੇ ਜਾਵੇ, ਖੁਸ਼ ਹੋ ਕੇ ਲੈਣਾ ਹੈ। ਅਤੇ ਮੈਨੂੰ ਕੋਈ ਫਰਕ ਨਹੀਂ, ਮੇਰੀ ਨੇਚਰ ਹੀ ਇਹੋ ਜਿਹੀ ਬਣ ਚੁੱਕੀ ਹੈ ਵੀ ਮੈਂ ਕੋਈ ਦੇ ਕੇ ਨਹੀਂ ਜਾਂਦਾ ਨਾ, ਕੋਈ ਗੱਲ ਨਹੀਂ, ਮੈਨੂੰ ਕੋਈ ਫਰਕ ਨਹੀਂ ਹੈ। ਮੈਨੂੰ ਕੋਈ ਫਰਕ ਨਹੀਂ। ਮੇਰੇ ਕੋਲ ਮੈਂ ਐਕਸਟਰਾ ਦਾ ਮਤਲਬ ਇਹ ਨਹੀਂ ਮੈਂ ਉਹਨਾਂ ਦਾ ਅਲੱਗ ਖਾਣਾ ਬਣਾ ਕੇ ਲਿਆਉਣਾ। ਮੈਂ ਐਕਸਟਰਾ ਦਾ ਮਤਲਬ ਹੈ ਜੇ ਮੈਂ 100 ਫੁਲਕਾ ਲੈ ਕੇ ਆਇਆ, 150 ਫੁਲਕਾ ਲੈ ਕੇ ਆਉਣਾ, ਤਾਂ 30, 35, 40 ਫੁਲਕੇ ਮੈਂ ਐਕਸਟਰਾ ਨਾਲ ਅਲੱਗ ਲੈ ਕੇ ਆਉਣਾ ਵੀ ਉਹ ਘਟਣ ਦੀ। ਜੇ ਕੋਈ ਆ ਗਿਆ ਤਾਂ ਮੇਰਾ ਜਿਹੜਾ ਆਪਣਾ ਬਿਜ਼ਨਸ ਹੈਗਾ, ਕੰਮਕਾਰ ਹੈ, ਉਹਦੇ 'ਚ ਕੋਈ ਕਮੀ ਨਾ ਆਵੇ। ਰੋਟੀ ਘੱਟਦੀ ਵੱਧਦੀ ਆ, ਉਹ ਅਲੱਗ ਹੁੰਦੀ ਆ ਮੇਰੇ ਕੋਲ। ਸਾਧੂ ਸੰਤ ਮਹਾਤਮਾ ਜਿੰਨੇ ਉਰੋਂ ਲੰਘਦੇ ਆ, ਜਿੰਨੇ ਪੰਜਾਬ 'ਚ ਸਾਧੂਆਂ ਦੇ ਡੇਰੇ ਨੇ, ਉਹ ਸਭ ਮੇਰੇ ਕੋਲੋਂ ਪ੍ਰਸ਼ਾਦਾ ਛਕ ਕੇ ਜਾਂਦੇ ਆ। ਚਾਹੇ 5 ਹੋਣ, ਚਾਹੇ 10 ਹੋਣ, ਕਿਸੇ ਨੂੰ ਕੋਈ ਜਵਾਬ ਨਹੀਂ। ਲੱਸੀ ਪੀਣ, ਰੱਜ ਕੇ ਪੀਣ, ਜੋ ਮਰਜ਼ੀ ਕਰਨ, ਜੋ ਮਰਜ਼ੀ ਖਾਣ। ਕਦੇ ਕਿਸੇ ਨੂੰ ਪੈਸੇ ਦੀ ਮਤਲਬ ਹੀ ਨਹੀਂ ਕੋਈ ਇਹੋ ਜਿਹੀ ਗੱਲ ਆਈ। ਉਹ ਸਭ ਖੂਬ ਪ੍ਰਚਾਰ ਕਰ ਰਹੇ ਆ ਬਾਬੇ ਦੇ ਢਾਬੇ ਦਾ।
ਅੱਜ ਕੱਲ੍ਹ ਜਿੱਦਾਂ ਹੁਣ ਕੰਪੀਟੀਸ਼ਨ ਦਾ ਜ਼ਮਾਨਾ, ਪਹਿਲਾਂ ਤੁਸੀਂ ਇਕੱਲੇ ਸੀ, ਹੁਣ ਅਨੇਕਾਂ ਹੀ ਇੱਥੇ ਦੁਕਾਨਾਂ ਖੁੱਲ੍ਹ ਗਈਆਂ ਨੇ, ਫਰਕ ਨਹੀਂ ਪਿਆ ਉਹਨਾਂ ਨਾਲ? नहीं मेरा किसी ਨਾਲ कोई कंपटीशन नहीं। मैं किसी कंपटीशन क्या करना है, कोई मैं ना शुरू च कंपटीशन करना, ना मैं कंपटीशन करन दी पोजीशन च है। मेरा किसी ਨਾਲ कोई कंपटीशन। ਪਰ ਇੱਕ ਸਿੱਖਿਆ ਜ਼ਰੂਰ ਮਿਲੀ ਹੈ ਉਤੋਂ ਵੀ ਜਿਹੜਾ ਹੈਗਾ ਵੀ ਆਪਣਾ ਕੰਮ ਤੋੜ ਲਿਆ ਭਰਾਵਾਂ ਨੇ, ਵੀ ਇੰਨੀ ਉਮਰ ਦੇ ਵਿੱਚ ਜਿਹੜੇ ਕੰਮ ਨਹੀਂ ਕਿਉਂ ਕਰਦੇ ਹੈਗੇ। ਇਹ ਹਾਂ, ਲੋਕੀ ਬਹੁਤ ਮੋਟੀਵੇਟ ਹੋਏ ਹੈ। ਚੰਡੀਗੜ੍ਹ ਸਾਈਡ, ਰੋਪੜ ਸਾਈਡ, ਲੁਧਿਆਣੇ ਵੀ ਬਹੁਤ ਸਾਰੇ ਲੋਕ ਮੱਕੀ ਦੀ ਰੋਟੀ ਸਾਗ ਦਾ ਆਪਣਾ ਕੋਈ ਮੋਟਰਸਾਈਕਲ ਤੇ ਕਰ ਰਿਹਾ ਹੈ, ਕੋਈ ਮੋਟਰਸਾਈਕਲ ਰੇੜੇ ਤੇ ਕਰ ਰਿਹਾ ਹੈ, ਕੋਈ ਆਪਣੀ ਐਸੀਆਂ ਗੱਡੀਆਂ ਬਣਾ ਲੀਆਂ ਗਈਆਂ ਨੇ। ਔਰ ਮੈਨੂੰ ਐ ਲੱਗਦਾ ਵੀ 1000 ਕੁ ਤੋਂ ਵੱਧ ਲੋਕ ਮੱਕੀ ਦੀ ਰੋਟੀ ਸਾਗ ਦਾ ਕੰਮ ਕਰ ਰਹੇ ਹੈ। ਇਹਦੇ 'ਚ ਉਹਨਾਂ ਦਾ ਚੰਗਾ ਪਰਿਵਾਰ ਪਲ ਰਿਹਾ ਹੈ, ਕਿਉਂਕਿ ਹਰ ਚੀਜ਼ ਪਿੰਡ ਦੇ ਵਿੱਚ ਹੈ। ਸਾਗ ਪਿੰਡ ਦੇ ਵਿੱਚ ਹੈ, ਪਾਲਕ ਪਿੰਡ ਦੇ ਵਿੱਚ ਹੈ, ਬਾਥੂ ਪਿੰਡ ਦੇ ਵਿੱਚ ਹੈ, ਮੱਕੀ ਦਾ ਆਟਾ, ਮੱਕੀ ਦੀ ਰੋਟੀ ਪਕਾਉਣ ਵਾਲੀ ਕੋਈ ਦਿੱਕਤ ਨਹੀਂ ਹੈਗੀ। ਹਰ ਲੱਸੀ ਪਿੰਡਾਂ ਦੇ ਵਿੱਚ ਦੁੱਧ ਬਣਦੇ, ਲੱਸੀ ਆਪਣੀ ਹੈ। ਤੇ ਇਹ ਤਾਂ ਸਭ ਤੋਂ ਵਧੀਆ ਕੰਮ ਹੈ। ਇਹ ਲੋਕਾਂ ਨੂੰ ਜਾਗਰੂਕਤਾ ਹੀ ਹੋਣੀ ਆਈ ਹੈ ਵੀ ਮੱਕੀ ਦੀ ਰੋਟੀ ਸਾਗ ਜੇ ਕੋਈ, ਇਹ ਤਾਂ ਮੈਂ ਜੇ ਕੋਈ ਐਕਸਪੋਰਟ ਕਰਨਾ ਚਾਹੇ, ਇਸ ਤੋਂ ਵਧੀਆ ਕੋਈ ਕੰਮ ਹੀ ਹੈ ਨਹੀਂ। ਤੁਸੀਂ ਸਾਗ ਔਰ ਮੱਕੀ ਦੀ ਰੋਟੀ ਐਕਸਪੋਰਟ ਕਰ ਸਕਦੇ ਹੋ। ਡੇਲੀ ਦੀ ਡੇਲੀ ਬਾਈ ਏਅਰ ਜਾ ਸਕਦੀ ਹੈ ਕੈਨੇਡਾ, ਅਮਰੀਕਾ, ਜਿੱਥੇ ਮਰਜ਼ੀ ਜਾਵੇ। ਇੱਥੇ ਰੋਟੀਆਂ ਪਕਾਓ, ਤੁਸੀਂ ਸਾਗ ਬਣਾਓ, ਬਾਈ ਕਾਰ ਏਅਰਪੋਰਟ 'ਤੇ ਜਾ ਕੇ ਦੂਸਰੇ ਦਿਨ ਸ਼ਾਮ ਨੂੰ ਦੂਸਰੇ ਕਿਸੇ ਵੀ ਕੰਟਰੀ 'ਚ ਸਮਾਨ ਜਾ ਸਕਦਾ, ਲੋਕੀ ਪੈਸੇ ਕਮਾ ਸਕਦੇ ਆ, ਕੋਈ ਦਿੱਕਤ ਨਹੀਂ ਇਹਦੇ 'ਚ। ਅੱਛਾ ਜੀ, ਆਪਣੇ ਲੋਕੀ ਕਰਨਾ ਨਹੀਂ ਚਾਹੁੰਦੇ। ਕਰਨਗੇ, ਹੌਲੀ ਹੌਲੀ ਜਾਗਰੂਕਤਾ ਆਊਗੀ, ਕਿਉਂਕਿ ਇੱਕ ਸਿਸਟਮ ਹੈ। ਪੈਸਾ ਵੀ ਚਾਹੀਦਾ ਹੈ, ਮੈਨ ਪਾਵਰ ਵੀ ਚਾਹੀਦੀ ਹੈ, ਗੱਡੀਆਂ ਵੀ ਚਾਹੀਦੀਆਂ, ਔਰ ਉਹਨਾਂ ਸਾਗ ਵੀ ਚਾਹੀਦਾ ਡੇਲੀ। ਬਾਈ ਏਅਰ ਵੀ ਬਾਹਰ ਜਾ ਸਕਦਾ, ਤਾਜ਼ਾ ਸਾਗ ਬਣ ਕੇ ਜਾਊਗਾ, ਇੱਕ ਡੱਬਿਆਂ 'ਚ ਬਣ ਕੇ ਜਾਂਦਾ, ਇੱਕ ਤਾਜ਼ਾ ਬਣ ਕੇ ਜਾਊਗਾ, ਫਰਕ ਤਾਂ ਉਹ 'ਚ ਹੋਊਗਾ ਹੀ। ਇੱਕ ਕੋਈ ਵੀ ਬੰਦਾ ਨਵਾਂ ਕੰਮ ਸਟਾਰਟ ਕਰਦਾ, ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਨੇ ਵੀ ਇਹ ਕੰਮ ਨਾ ਕਰ, ਤੂੰ ਆਹ ਕੰਮ ਕਰਨ ਲੱਗਿਆ। ਤੁਹਾਡੇ ਨਾਲ ਵੀ ਹੋਇਆ ਹੋਣਾ ਇੱਦਾਂ? ਇਹ ਸਾਡੇ ਨਾ ਪੰਜਾਬੀਆਂ 'ਚ ਕਹਿ ਲਓ, ਇਹ ਇੱਕ ਕਮੀ ਹੈ। ਜਿੱਥੇ ਕਿਸੇ ਦਾ ਕੰਮ ਚੱਲਦਾ ਹੁੰਦਾ, ਅਸੀਂ ਉਹਦੀ ਪਹਿਲਾਂ ਜਾ ਕੇ CID ਕਰਦੇ ਹਾਂ। ਉਹਦੇ ਨਾਲ ਮੇਰੇ ਨਾਲ ਆ ਕੇ ਪਹਿਲਾਂ ਲੋਕ ਮਿੱਠੀਆਂ ਗੱਲਾਂ ਮਾਰਦੇ ਆ, ਬਾਬਾ ਜੀ ਕੰਮ ਕਿਵੇਂ ਚੱਲਦਾ ਹੈ, ਕਿੰਨੇ ਕੁ ਪੈਸੇ ਬਣਾ ਲੈਂਦੇ ਹੋ, ਕਿਵੇਂ ਚੱਲਦਾ, ਰੋਟੀ ਕੌਣ ਬਣਾਉਂਦਾ ਹੈ, ਕਿਵੇਂ ਗੱਲ ਹੈ, ਕਿਵੇਂ ਬਾਤ ਹੈ। ਸਾਰੀਆਂ ਗੱਲਾਂ ਪੁੱਛਣ ਤੋਂ ਬਾਅਦ 3 ਦਿਨ ਬਾਅਦ ਮੈਨੂੰ ਪਤਾ ਲੱਗਦਾ ਵੀ ਉਹਨਾਂ ਨੇ ਨਾਲ ਦੁਕਾਨ ਖੋਲ੍ਹ ਲਈ। ਤਾਂ ਮੈਨੂੰ ਇਹ ਸਾਡੀ ਜਿਹੜੀ ਨੀਤੀ ਹੈ ਇਹ ਠੀਕ ਨਹੀਂ। ਕਿਤੇ ਵੀ ਇਹੋ ਜਿਹਾ ਕੰਮ ਨਾ ਕਰੋ, ਥੋੜ੍ਹੀ ਜਿਹੀ ਦੂਰੀ ਹਮੇਸ਼ਾ ਰੱਖੋ ਤਾਂ ਕਿ ਕਿਸੇ ਦੇ ਕੰਮ 'ਤੇ ਪ੍ਰਭਾਵ ਨਾ ਪਾਓ। ਮੇਰੇ ਦੇ ਕਿਸੇ ਕੰਮ ਦਾ ਕੋਈ ਪ੍ਰਭਾਵ ਨਹੀਂ, ਮੈਨੂੰ ਕੋਈ ਕਮੀ ਨਹੀਂ ਹੈ। ਜਿੱਦਾਂ ਕਿ ਤੁਸੀਂ ਬਾਹਰ ਵਾਸਤੇ ਕਹਿੰਦੇ ਹੋ, ਕਿਸੇ ਨੂੰ ਗਾਈਡੈਂਸ ਦੇ ਸਕਦੇ ਹੋ? ਕਿਉਂ, ਇਹਦੇ 'ਚ ਕੋਈ ਔਖੀ ਗੱਲ ਨਹੀਂ ਹੈ। ਨਹੀਂ, ਕੋਈ ਮੁਸ਼ਕਲ ਕੰਮ ਨਹੀਂ ਹੈ ਬਾਹਰ ਜਾਣ ਵਾਲਾ। ਸਾਗ ਐਕਸਪੋਰਟ ਕਰਨ ਵਾਲਾ ਕੋਈ ਮੁਸ਼ਕਲ ਕੰਮ ਨਹੀਂ। ਇੱਧਰ ਬਾਬਾ ਜੀ ਦੇ ਜਿਹੜੇ ਕਹਿੰਦੇ ਲੰਗਰ ਛਕਣ ਆਏ ਨੇ, ਆਪਾਂ ਗੱਲਬਾਤ ਉਹਨਾਂ ਨਾਲ ਵੀ ਕਰਦੇ ਹਾਂ। ਹਾਂਜੀ ਬਾਜੀ, ਕੀ ਨਾਂ ਜੀ? ਪਰਮਜੀਤ ਸਿੰਘ, ਕਿੱਥੇ ਰਹਿੰਦੇ ਹੋ? ਗੋਬਿੰਦ ਮੰਡੀਗੜ੍ਹ। ਕਿੰਨੇ ਸਾਲ ਹੋ ਗਏ ਤੁਹਾਨੂੰ ਆਉਂਦੇ ਨੂੰ? ਸਾਨੂੰ ਤਾਂ ਇਹ ਕਈ ਸਾਲ ਹੋ ਗਏ ਇੱਥੇ ਆਉਂਦੇ ਨੂੰ। ਬਾਬਾ ਜੀ ਦੀ ਕਿਹੜੀ ਚੀਜ਼ ਬੈਸਟ ਲੱਗਦੀ ਹੈ? ਬਾਬਾ ਜੀ ਹਰ ਚੀਜ਼ ਬੈਸਟ ਲੱਗਦੀ ਹੈ। ਬਾਬਾ ਜੀ ਜਿੱਦਾਂ ਕਿ ਕੋਈ ਕਿਸੇ ਕੋਲ ਪੈਸਾ ਨਹੀਂ ਹੁੰਦਾ, ਓਪਨ ਵੀ ਛਕਾਉਂਦੇ ਨੇ ਲੰਗਰ। ਬਿਲਕੁਲ ਸਹੀ ਗੱਲ ਹੈ ਜੀ। ਇਹ ਬਾਬਾ ਜੀ ਜੇ ਨਾ ਪੈਸਾ ਹੋਵੇ ਤਾਂ ਵੀ ਖਾਣਾ ਖਿਲਾ ਦਿੰਦੇ ਨੇ। ਹਾਂਜੀ ਬਾਜੀ, ਕੀ ਨਾਂ ਜੀ? ਸੋਨੂ ਆ ਵੀਰ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜਿੱਦਾਂ ਬਾਬਾ ਜੀ ਲੰਗਰ ਭੋਜਨ ਛਕਾ ਰਹੇ ਨੇ? ਹਾਂਜੀ, ਬਹੁਤ ਵਧੀਆ ਵੀਰ ਜੀ। ਮੈਂ ਤਾਂ ਇਹ ਕਹਿੰਦਾ ਦਰਸ਼ਕਾਂ ਨੂੰ ਕਿ ਜਿਹੜੇ ਇੱਕ ਵਾਰ ਨਹੀਂ ਆਏ, ਇੱਕ ਵਾਰ ਆ ਕੇ ਜਾਓ, ਉਰੇ ਟਰਾਈ ਕਰਕੇ ਜਾਓ ਬਾਬਾ ਜੀ ਦੇ ਢਾਬੇ 'ਤੇ। ਸਾਰਾ ਕੁਝ ਉਰੇ ਫਰੈਸ਼ ਮਿਲੂਗਾ, ਸਾਰਾ ਕੁਝ ਜਮਾਂ ਹੀ ਸਾਦਾ। ਇੱਕ ਵਾਰ ਆ ਕੇ ਜਾਓ ਉਰੇ। ਅਸੀਂ ਤਾਂ ਕਈ ਵਾਰ ਆਏ ਆ ਵੀਰ ਜੀ, ਆ ਕੇ ਜਾਓ ਪਲੀਜ਼ ਇੱਕ ਵਾਰ। ਅੱਛਾ, ਅਸੀਂ ਤਾਂ ਉਹਨੇ ਰਹਿੰਦੇ ਹਾਂ। ਹਾਂਜੀ ਬਾਬਾ ਜੀ। ਹਾਂਜੀ, ਕੀ ਹੁਕਮ ਜਿੱਦਾਂ ਹੈ? ਮੈਂ ਤੁਹਾਨੂੰ ਕਿਹਾ ਵੀ ਬਾਹਰ ਜਿਹਨੇ ਕਿਸੇ ਦੀ ਮਦਦ ਕਰਨੀ ਵੀ, ਉਹਦੇ ਵਿੱਚ ਕੀ ਕਰਨਾ ਚਾਹੀਦਾ ਬੰਦੇ? ਉਹਦੇ 'ਚ ਦੇਖੋ, ਇਹ ਸਿਰਫ ਸਿਸਟਮ ਅਪਣਾਉਣਾ ਪੈਣਾ ਹੈ। 에ਅਰਫੋਰਸ ਦੇ ਆਪਣਾ ਐਰੋਪਲੇਨ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਕੰਮ ਹੈਗਾ। ਤੁਸੀਂ ਸਮਾਨ ਤਿਆਰ ਕਰੋਗੇ, ਮੱਕੀ ਦੀ ਰੋਟੀਆਂ ਤਿਆਰ ਕਰੋਗੇ, ਤੁਸੀਂ ਇੱਥੋਂ ਹੀ ਦਿੱਲੀੋਂ ਐਕਸਪੋਰਟ ਹੋ ਸਕਦੀ ਹੈ। 12-14 ਘੰਟੇ ਦੇ ਵਿੱਚ ਦੂਸਰੇ ਪਾਸੇ ਸਮਾਨ ਜਾ ਸਕਦਾ, ਖਰਾਬ ਨਹੀਂ ਹੋਊਗਾ। ਨਾ ਸਾਗ ਖਰਾਬ ਹੋਊਗਾ, ਨਾ ਮੱਕੀ ਦੀ ਰੋਟੀ ਖਰਾਬ ਹੋਊਗੀ। ਉਨੀ ਕੁ ਭੇਜੋ ਜਿੰਨੀ ਦੂਸਰੇ ਦਿਨ ਲੱਗ ਜਾਵੇ। ਉੱਧਰ ਰੂਟੀਨ ਦੇ ਵਿੱਚ ਜਾ ਸਕਦੀ ਹੈ। ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਇਹਦਾ ਐਕਸਪੋਰਟ ਦਾ ਕੰਮ ਕਰਨਾ ਚਾਹੀਦਾ, ਸਾਗ ਔਰ ਮੱਕੀ ਦੀ ਰੋਟੀ ਦਾ। ਇਹਦੇ ਵਿੱਚ ਕੋਈ ਟੈਸਟ ਪਾਸ ਹੋਣ ਤੇ ਲੋੜ ਨਹੀਂ ਹੈਗੀ? ਕੋਈ ਲੋੜ ਨਹੀਂ ਹੈਗੀ। ਇਹ ਸਿਰਫ ਤੁਸੀਂ ਜਿਹੜੇ ਹੈ ਇਹ ਇੱਕ ਸਰਟੀਫਿਕੇਟ ਲੈਣਾ ਪੈਣਾ, ਇੱਕ ਲਾਇਸੈਂਸ ਮਿਲਦਾ ਹੈ ਐਕਸਪੋਰਟ ਦਾ, ਔਰ ਇਹ ਖਾਣ ਪੀਣ ਦੀਆਂ ਸਮਾਨ ਦਾ ਐਕਸਪੋਰਟ ਕਰਦਾ ਇੱਕ ਲਾਇਸੈਂਸ ਮਿਲਦਾ। ਉਹ ਸੈਂਟਰਲ ਗੌਰਮੈਂਟ ਤੋਂ ਮਿਲਣਾ, ਪਹਿਲਾਂ ਪੰਜਾਬ ਗੌਰਮੈਂਟ ਤੋਂ ਮਿਲੂਗਾ, ਫਿਰ ਸੈਂਟਰਲ ਗੌਰਮੈਂਟ ਤੋਂ ਮਿਲੂਗਾ। ਉਹ ਕੋਈ ਦਿੱਕਤ ਨਹੀਂ ਹੈਗੀ। ਦਿੱਲੀ ਤੋਂ ਬਹੁਤ ਰੋਟੀਆਂ, ਕਣਕ ਦੀਆਂ ਰੋਟੀਆਂ ਪੱਕ ਜਾਂਦੀਆਂ, ਟਰੰਕ ਭਰ ਜਾਂਦੇ ਦਿੱਲੀ ਤੋਂ ਬਾਈ ਏਅਰ। ਕਈ ਲੋਕਾਂ ਨੇ ਬਿਜ਼ਨਸ ਚਲਾਇਆ ਜਿਹੜੀ ਰੋਟੀ 'ਚ ਸਿਰਫ ਰੋਟੀ ਭੇਜ ਰਹੇ ਆ ਬਾਹਰ। ਕੱਲੀ ਰੋਟੀ ਕਣਕ ਦੀ ਜਾ ਰਹੀ ਹੈ। ਬਹੁਤ ਮੱਕੀ ਦੀ ਰੋਟੀ ਨਹੀਂ ਜੇ ਜਾਂਦੀ, ਸਿਰਫ ਕਣਕ ਦੀ ਰੋਟੀ ਜਾ ਰਹੀ।
ਕਿਉਂਕਿ ਮੱਕੀ ਦੀ ਰੋਟੀ ਪਕਾਉਣੀ ਆਸਾਨ ਨਹੀਂ ਹੈ। ਇਹ ਪੰਜਾਬ ਦੇ ਲੋਕ, ਪੰਜਾਬ ਦੀਆਂ ਬੀਬੀਆਂ ਦਾਦੀਆਂ ਹੀ ਪਕਾ ਸਕਦੀਆਂ, ਨਾਨੀਆਂ ਹੀ ਪਕਾ ਸਕਦੀਆਂ, ਤੇ ਉਹ ਕਣਕ ਦੀ ਰੋਟੀ ਤਾਂ ਹਰ ਇੱਕ ਬੰਦਾ ਪਕਾ ਲੈਂਦਾ, ਮੱਕੀ ਦੀ ਰੋਟੀ ਨਹੀਂ ਪਕਾ ਸਕਦਾ। ਬਾਬਾ ਜਿਹੜੀ ਤੁਸੀਂ ਗਿਆਨ ਦੀ ਗੱਲ ਕਰਦੇ ਹੋ, ਕੀ ਪਰਮੇਸ਼ਵਰ ਨੂੰ ਪਾਇਆ ਜਾ ਸਕਦਾ? ਦੇਖੋ, ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਹੈ, ਐਡੀ ਵੱਡੀ ਗੱਲ, ਐਡਾ ਵੱਡਾ ਸਵਾਲ, ਜਿੰਨੀ ਕਿ ਮੈਨੂੰ ਸਮਝ ਹੈ ਮੈਂ ਉਨੀ ਕਿ ਤੁਹਾਨੂੰ ਦੱਸ ਦਿੰਦਾ। ਦੇਖੋ, ਪਰਮੇਸ਼ਵਰ ਨੂੰ ਬਿਲਕੁਲ ਪਾਇਆ ਜਾ ਸਕਦਾ। ਪਰਮੇਸ਼ਵਰ ਨੂੰ ਘਰ ਰਹਿ ਕੇ ਹੀ ਪਾਇਆ ਜਾ ਸਕਦਾ। ਭਗਤੀ ਘਰ ਰਹਿ ਕੇ ਹੀ ਹੋ ਸਕਦੀ ਹੈ। ਜਿਹੜੇ ਲੋਕ ਜੰਗਲਾਂ 'ਚ ਬਾਹਰ ਜਾਂਦੇ ਆ, ਪਹਾੜਾਂ 'ਚ ਜਾਂਦੇ ਆ, ਉਹ ਬਾਅਦ 'ਚ ਜਾਂ ਹਰਿਦੁਆਰ, ਰਿਸ਼ੀਕੇਸ਼ ਜਾਂ ਕਿਤੇ ਹੋਰ ਧਾਰਮਿਕ ਸਥਾਨ 'ਤੇ ਦੌੜ ਕੇ ਚਲੇ ਜਾਂਦੇ ਆ। ਉਹਨਾਂ ਨੂੰ ਬਾਅਦ ਦੇ ਵਿੱਚ ਬੜਾ ਪਛਤਾਵਾ ਮਿਲਦਾ, ਕਿਉਂਕਿ ਉਹ ਦੁਬਾਰਾ ਘਰ ਨਹੀਂ ਜਾ ਸਕਦੇ, ਕਿਉਂਕਿ ਸ਼ਰਮਿੰਦਾ ਹੋਣਾ ਪਊਗਾ। ਉਹ ਨਾਲ ਕਹਿੰਦੇ ਨਾ ਘਰਦੇ ਰਹਿਣ ਨਾ ਘਾਟਦੇ, ਨਾ ਧੋਬੀ ਦਾ ਕੁੱਤਾ, ਨਾ ਘੜਦਾ ਨਾ ਕਾਟਦਾ। ਮੈਂ ਅਕਸਰ ਹਰਿਦੁਆਰ ਜਾਂਦਾ ਰਹਿੰਦਾ, ਮੇਰੀ ਸਾਧੂਆਂ ਨਾਲ ਬੈਠਕਾਂ ਹੁੰਦੀਆਂ ਉੱਥੇ, ਮੇਰੇ ਬਹੁਤ ਸਾਰੇ ਸਾਧੂ ਵਾਕਫ ਹੈ। ਅਤੇ ਜਦ ਮੈਂ ਗੱਲ ਛੇੜਦਾ, ਮੈਂ ਕਿਸੇ ਨੂੰ ਪੁੱਛੇ ਬੈਠਿਆ, ਬਈ ਦੱਸ ਮੈਨੂੰ ਤੂੰ ਘਰ ਕਿਉਂ ਛੱਡਿਆ? ਜਦ ਮੈਂ ਇੰਨਾ ਸਵਾਲ ਕਰਿਆ, ਉਹਦੀਆਂ ਅੱਖਾਂ ਦੇ ਵਿੱਚ ਹੰਝੂ ਚਰ ਬਹਿਣ ਲੱਗ ਗਏ। ਇਹ ਉਹਦਾ ਜਵਾਬ ਸੀ ਕਿ ਮੈਂ ਗਲਤੀ ਕੀਤੀ ਹੈ, ਇਹਦਾ ਕੋਈ ਹੱਲ ਨਹੀਂ। ਜਿਹੜੇ ਲੋਕ ਇੱਕ ਵਾਰੀ ਘਰੋਂ ਪਰਮੇਸ਼ਵਰ ਦੀ ਖੋਜ ਵਾਸਤੇ ਨਿਕਲ ਜਾਂਦੇ ਆ, ਉਹ ਬਾਹਰ ਜਾ ਕੇ ਜ਼ਿਆਦਾਤਰ ਉਹਨਾਂ ਨੂੰ ਧੱਕੇ ਹੀ ਖਾਣੇ ਪੈਂਦੇ ਆ, ਕਿਉਂਕਿ ਬਾਹਰ ਪਰਮੇਸ਼ਵਰ ਨੂੰ ਲੱਭਣਾ ਬਹੁਤ ਔਖਾ ਹੈ। ਔਰ ਆਪਣੇ ਘਰ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਰਹਿ ਕੇ ਤੁਸੀਂ ਸੇਵਾ ਕਰਕੇ, ਸਿਮਰਨ ਕਰਕੇ, ਭਗਤੀ ਕਰਕੇ ਪਰਮੇਸ਼ਵਰ ਨੂੰ ਘਰ 'ਚ ਹੀ ਪਾ ਸਕਦੇ ਹੋ। ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ। ਬਾਹਰ ਜਾ ਕੇ ਵੀ ਤਾਂ ਤੁਹਾਨੂੰ ਕਿਤੇ ਜਾ ਕੇ ਮੰਗ ਕੇ ਤਾਂ ਖਾਣਾ ਹੀ ਪਊਗਾ। ਮੈਂ ਸਾਰੀਆਂ ਗੱਲਾਂ, ਮੇਰੀ ਸਾਧੂ ਸੰਗਤ, ਉੱਥੇ ਸਾਧੂਆਂ ਨਾਲ ਮੇਰੀ ਸੰਗਤ ਹੁੰਦੀ ਹੈ, ਸਾਡੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਬਹੁਤ ਡੀਪਲੀ ਗੱਲਾਂ ਕਰਦੇ ਹਾਂ ਅਤੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਕੋਈ ਪਰਮੇਸ਼ਵਰ ਨੂੰ ਨਿਰਾਕਾਰ ਕਹਿੰਦਾ, ਕੋਈ ਨਿਰੰਕਾਰ ਕਹਿੰਦਾ, ਕੋਈ ਨਿਰਾਕਾਰ ਕਹਿੰਦਾ, ਕੋਈ ਸਰਗੁਣ ਕਹਿੰਦਾ, ਕੋਈ ਨਿਰਗੁਣ ਕਹਿੰਦਾ। ਉਹ ਇਹਨਾਂ ਗੱਲਾਂ 'ਤੇ ਬਹੁਤ ਚਰਚਾ ਹੁੰਦੀ ਹੈ, ਪਰ ਉਹ ਜਦੋਂ ਮੇਰੇ ਨਾਲ ਕੋਈ ਸਵਾਲ ਕਰਦੇ ਆ ਤਾਂ ਫਿਰ ਉਹ ਚੁੱਪ ਕਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਕਿਸੇ ਨੇ ਗਿਆਨ ਹੀ ਨਹੀਂ ਦਿੱਤਾ ਅੱਜ ਤੱਕ। ਉਹਨਾਂ ਨੂੰ ਉੱਥੇ ਸਿਰਫ ਰੋਟੀ ਵੀ ਮੰਗ ਕੇ ਖਾਣੀ ਪੈਂਦੀ ਹੈ। ਇੱਧਰ ਉੱਧਰ ਆਸ਼ਰਮ 'ਚ ਉਹਨਾਂ ਨੂੰ ਬੁਲਾਇਆ ਜਾਂਦਾ, ਚਿੱਠੀਆਂ ਪੱਤਰੀਆਂ ਦੇ ਕੇ ਵੀ ਆਜ ਹਮਾਰੇ ਆਸ਼ਰਮ ਮੇਂ ਆਣਾ, ਕਿਉਂਕਿ ਕੋਈ ਸੇਠ ਆਦਮੀ ਜਾਂਦੇ ਆ, ਫਿਰ ਉਹਨਾਂ ਨੂੰ ਕੋਈ 50 ਦਿੰਦਾ, ਕੋਈ 100 ਰੁਪਇਆ ਦਿੰਦਾ, ਕੋਈ ਭਾਂਡੇ ਦੇ ਜਾਂਦਾ, ਕੋਈ ਉਹਨਾਂ ਨੂੰ ਧੋਤੀ ਕੁੜਤਾ ਦੇ ਦਿੰਦਾ ਪਾਉਣ ਵਾਸਤੇ। ਉਹ ਵਿਚਾਰੇ ਬੜਾ ਮੁਸ਼ਕਿਲ ਟਾਈਮ ਪਾਸ ਕਰਦੇ ਆ ਉੱਥੇ। ਭੁਗਤੀ ਉਹਨਾਂ ਕੋਲ ਨਹੀਂ ਹੁੰਦੀ। ਮੈਂ ਰਹਿ ਕੇ ਦੇਖਿਆ ਉਹਨਾਂ ਦੇ ਵਿੱਚ, ਉਹਨਾਂ ਕੋਲ ਭੁਗਤੀ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਨੂੰ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਵੀ ਆਤਮ ਗਿਆਨ ਕੀ ਹੈ, ਬ੍ਰਹਮ ਗਿਆਨ ਕਿਆ ਹੈ, ਪਾਰ ਬ੍ਰਹਮ ਗਿਆਨ ਕਿਆ ਹੈ, ਕਿਸੇ ਨੂੰ ਕੱਖ ਨਹੀਂ ਪਤਾ। ਇਹਦਾ ਮਤਲਬ ਇਹ ਨਹੀਂ ਹੈ ਵੀ ਹਰਿਦੁਆਰ ਜਾਂ ਰਿਸ਼ੀਕੇਸ਼ ਜਾਂ ਵਰਿੰਦਾਵਨ 'ਚ ਸੰਤ ਨਹੀਂ ਹੈ। ਸੰਤ ਹੈ ਲੇਕਿਨ ਦੁਰਲਭ ਹੈ, ਬਹੁਤ ਥੋੜੇ ਹੈ। ਸਾਡੇ ਪੰਜਾਬ ਦੇ ਵਿੱਚ ਵੀ ਸੰਤ ਹੈ, ਦੁਰਲਭ ਹੈ, ਥੋੜੇ ਹੈ, ਪਰ ਸਾਡੇ ਲੋਕਾਂ ਨੂੰ ਪਛਾਣ ਨਹੀਂ ਹੈਗੀ। ਇਹ ਪਛਾਣਨਾ ਕੋਈ ਮੁਸ਼ਕਲ ਗੱਲ ਨਹੀਂ ਹੈ, ਕਿਉਂਕਿ ਜਦੋਂ ਅਸੀਂ ਆਸਥਾ ਹੀ ਨਹੀਂ ਰੱਖਦੇ ਕਿਸੇ ਦੇ ਪ੍ਰਤੀ ਤਾਂ ਸਾਨੂੰ ਗਿਆਨ ਕੀ ਹੋਊਗਾ। ਬਾਕੀ ਤਾਂ ਸਾਰੇ ਇਨਸਾਨੀ ਚੋਲੇ 'ਚ ਹੀ ਫਿਰਦੇ ਆ। ਪਰਮੇਸ਼ਵਰ ਨੇ ਵੀ ਜੇ ਮਿਲਣਾ ਹੈ, ਇਨਸਾਨੀ ਚੋਲੇ 'ਚ ਹੀ ਮਿਲਣਾ ਹੈ। ਇਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਲੋਕ ਸੋਚਦੇ ਆ ਪਰਮੇਸ਼ਵਰ ਇਹਨਾਂ ਅੱਖਾਂ ਨਾਲ ਨਜ਼ਰ ਆਊਗਾ। ਇਹਨੂੰ ਸੰਸਕ੍ਰਿਤ ਦੇ ਵਿੱਚ ਚਰਮ ਚਕਸ਼ੂ ਕਹਿੰਦੇ ਨੇ। ਪਰਮੇਸ਼ਵਰ ਚਰਮ ਚਕਸ਼ੂਆਂ ਨਾਲ ਨਜ਼ਰ ਨਹੀਂ ਆਉਂਦਾ। ਪਰਮੇਸ਼ਵਰ ਭਗਵਾਨ ਅਕਾਲ ਪੁਰਖ ਚਰਮ ਚਕਸ਼ੂਆਂ ਨਾਲ ਨਜ਼ਰ ਨਹੀਂ ਆਉਂਦਾ, ਆਤਮਾ ਦੀਆਂ ਅੱਖਾਂ ਨਾਲ, ਆਤਮਾ ਦੀ ਤੀਸਰੀ ਅੱਖ ਦੇ ਨਾਲ ਨਜ਼ਰ ਆਉਂਦਾ ਹੈ। ਥਰਡ ਆਈ, ਜਿਹਨੂੰ ਸ਼ਿਵ ਨੇਤਰ ਕਿਹਾ ਗਿਆ। ਪਹਿਲਾਂ ਸ਼ਿਵ ਨੇਤਰ, ਭਗਤੀ ਕਰਨ ਨਾਲ ਪਹਿਲਾਂ ਸ਼ਿਵ ਨੇਤਰ ਪ੍ਰਗਟ ਹੋਊਗਾ, ਉਸ ਤੋਂ ਬਾਅਦ ਉਹ ਪਰਮੇਸ਼ਵਰ ਦੇ ਦਰਸ਼ਨ ਕਰਨ ਦੇ ਕਾਬਿਲ ਬਣ ਜਾਂਦਾ ਹੈ। ਪਰਮੇਸ਼ਵਰ ਸ਼ਿਵ ਨੇਤਰ ਨਾਲ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੁੰਦੇ। ਇੱਕ ਉਹਦੇ ਕੋਲ ਸ਼ਕਤੀ ਤਾਂ ਆ ਜਾਂਦੀ ਹੈ, ਲੇਕਿਨ ਪਰਮੇਸ਼ਵਰ ਤੋਂ ਤਾਂ ਉਹ ਬਹੁਤ ਦੂਰ ਹੁੰਦਾ ਜੇ ਵੀ। ਇਹ ਲੋਕ ਗਲਤ ਪ੍ਰਚਾਰ ਕਰ ਰਹੇ ਨੇ ਕਿ ਸ਼ਿਵ ਦੇ ਦਰਸ਼ਨ ਹੋ ਗਏ, ਸ਼ਿਵ ਦੀ ਜਿਹੜੀ ਉਪਾਧੀ ਪ੍ਰਾਪਤ ਕਰ ਲਈ, ਸ਼ਿਵ ਨੇਤਰ ਪ੍ਰਗਟ ਕਰ ਲਿਆ, ਅਸੀਂ ਅਕਾਲ ਪੁਰਖ ਦੇ ਪਰਮੇਸ਼ਵਰ ਦੇ ਦਰਸ਼ਨ ਕਰ ਲਏ। ਇਹ ਜਿਹੜੀ ਧਾਰਨਾ ਹੈ, ਇਹ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹਨਾਂ ਵਾਸਤੇ ਹੈ। ਜਿਨ੍ਹਾਂ ਨੂੰ ਗਿਆਨ ਹੈ ਉਹਨਾਂ ਨੂੰ ਪਤਾ ਹੈ ਪਾਰ ਬ੍ਰਹਮ ਗਿਆਨ ਕੀ ਹੈ। ਇਹ ਪਾਰ ਬ੍ਰਹਮ ਗਿਆਨ ਦੀਆਂ ਗੱਲਾਂ ਸਾਰਿਆਂ ਨੂੰ ਨਹੀਂ ਪਤਾ ਹੈ। ਇਹਨਾਂ ਨੂੰ ਬ੍ਰਹਮ ਗਿਆਨ ਤੱਕ ਹੀ ਪਤਾ ਹੈ, ਪਾਰ ਬ੍ਰਹਮ ਗਿਆਨ ਦਾ ਨਹੀਂ ਪਤਾ। ਇਸ ਲਈ ਜਿਹੜਾ ਗਿਆਨ ਹੈ ਉਹ ਭਗਤੀ ਘਰ ਦੇ ਵਿੱਚ ਹੀ ਪਾਈ ਜਾ ਸਕਦੀ ਹੈ। ਪੰਜਾਬ ਦੇ ਵਿੱਚ ਵੀ ਸੰਤ ਹੈਗੇ ਆ। ਉਹੀ ਗੱਲ ਆ ਗਈ ਵੀ ਅਸੀਂ ਉਹਨੂੰ ਮਨੁੱਖਾ ਸਰੀਰ ਸਮਝਦੇ ਹਾਂ। ਜਿਹੜਾ ਅਸੀਂ ਮਨੁੱਖਾ ਸਰੀਰ ਸਮਝਦੇ ਹਾਂ ਉਹ ਅਸੀਂ ਅਗਿਆਨੀ ਹੈ, ਅਸੀਂ ਜਿੱਦੀ ਹਾਂ, ਅਸੀਂ ਮੰਨਣ ਨੂੰ ਤਿਆਰ ਨਹੀਂ। ਜਾਂ ਜਿੰਨੇ ਸਾਡੇ ਗੁਰੂ ਹੋਏ ਨੇ ਉਹ ਮਨੁੱਖਾ ਸਰੀਰ ਨਹੀਂ ਸੀ ਉਹਨਾਂ ਦਾ। ਜਿੰਨੇ ਸੰਤ ਹੋਏ ਨੇ, ਰਵਿਦਾਸ ਜੀ ਹੋਏ ਹੈ, ਹੋਰ ਹੋਏ ਨੇ, ਕਿਆ ਉਹਨਾਂ ਦਾ ਮਨੁੱਖਾ ਸਰੀਰ ਨਹੀਂ ਸੀ? ਉਹਨਾਂ ਨੂੰ ਅਸੀਂ ਮਾਨਤਾ ਨਹੀਂ ਦਿੱਤੀ। ਤੋ ਇਹ ਸਾਡੀ ਧਾਰਨਾ ਹੀ ਗਲਤ ਹੈ।
ਕਿ ਮਨੁੱਖ ਕਦੇ ਗੁਰੂ ਨਹੀਂ ਹੋ ਸਕਦਾ, ਇਹਦਾ ਨਹੀਂ ਹੈ। ਮਨੁੱਖ ਵੀ ਗੁਰੂ ਹੋ ਸਕਦਾ, ਕਿਉਂਕਿ ਆਤਮਾ ਮਨੁੱਖ ਦੇ ਸਰੀਰ ਦੇ ਵਿੱਚ ਹੈ। ਜੇ ਆਤਮਾ ਮਨੁੱਖ ਦੇ ਸਰੀਰ ਦੇ ਵਿੱਚ ਹੈ ਤਾਂ ਗੁਰੂ ਆਤਮਾ ਨੇ ਹੋਣਾ ਹੈ, ਨਾ ਕਿ ਸਰੀਰ ਨੇ ਹੋਣਾ ਹੈ। ਆਤਮਾ ਗੁਰੂ ਹੁੰਦੀ ਹੈ, ਆਤਮਾ ਮੈਗਨੇਟ ਪਾਵਰ ਧਾਰਨ ਕਰਦੀ ਹੈ। ਸਿਮਰਨ ਜਪ ਤਪ ਕਰਕੇ ਆਤਮਾ ਦੇ ਵਿੱਚ ਇੰਨੀ ਪਾਵਰ ਹੋ ਜਾਂਦੀ ਹੈ ਕਿ ਉਹ ਇੱਕ ਮੈਗਨੇਟ ਪਾਵਰ ਬਣ ਜਾਂਦੀ ਹੈ। ਉਹ ਸੈਂਕੜੇ ਹਜ਼ਾਰਾਂ ਮਤਲਬ ਕਿਲੋਮੀਟਰਾਂ ਤੱਕ ਉਸ ਆਤਮਾ ਦਾ ਪ੍ਰਭਾਵ, ਜਿਵੇਂ ਸੂਰਜ ਦੀ ਰੋਸ਼ਨੀ ਫੈਲਦੀ ਹੈ, ਐਵੇਂ ਉਸ ਆਤਮਾ ਦਾ ਪ੍ਰਭਾਵ ਮੀਲਾਂ ਤੱਕ, ਜਿੰਨਾ ਆਪਾਂ ਕਹਿੰਦੇ 50 ਮੀਲ ਤੱਕ, 100 ਮੀਲ ਤੱਕ, ਜਿਹਨੂੰ ਆਪਾਂ ਔਰਾ ਵੀ ਕਹਿ ਦਿੰਦੇ ਹਾਂ ਆਮ ਤੌਰ 'ਤੇ, ਉਹ ਜਿਹੜਾ ਉਹਨਾਂ ਦਾ ਔਰਾ ਹੁੰਦਾ, ਜਿਹੜਾ ਉਹਨਾਂ ਦੀ ਆਤਮਾ ਦਾ ਪ੍ਰਕਾਸ਼ ਹੁੰਦਾ, ਆਤਮ ਪ੍ਰਕਾਸ਼ ਹੁੰਦਾ, ਉਹ ਫੈਲਦਾ। ਉੱਥੇ ਦੇ ਇਲਾਕੇ ਦੇ ਵਿੱਚ ਜਿੰਨੇ ਜੀਵ ਜੰਤੂ ਹੁੰਦੇ ਹੈ ਉਹਦਾ ਲਾਭ ਉਠਾਉਂਦੇ ਆ, ਚਾਹੇ ਉਹ ਭਗਤੀ ਕਰਦੇ ਆ ਚਾਹੇ ਨਹੀਂ ਕਰਦੇ। ਇਸ ਕਰਕੇ ਜਿਹੜਾ ਜੇ ਅੱਜ ਪਰਮੇਸ਼ਵਰ ਜਾਂ ਅੱਜ ਕੋਈ ਗੁਰੂ ਹੋਊਗਾ ਤਾਂ ਮਨੁੱਖੀ ਸਰੀਰ ਦੇ ਵਿੱਚ ਹੀ ਹੋਊਗਾ। ਜਿੱਦਾਂ ਕਿ ਪਹਿਲਾਂ ਜ਼ਮਾਨੇ ਵਿੱਚ ਕਹਿੰਦੇ ਕੋਈ ਕਿਹਨੂੰ ਚੇਤੇ ਕਰ ਲੈਣ, ਸਿੱਕ ਵੀ ਮਾਰਦੇ, ਕੋਈ ਯਾਦ ਕਰਦਾ ਤੇ ਉਹ ਬੰਦਾ ਹਾਜ਼ਰ ਹੋ ਜਾਂਦਾ, ਰਿਸ਼ਤੇਦਾਰ ਆ ਜਾਂਦਾ ਤੇ। ਇਹ ਟੈਲੀਪੈਥੀ ਹੈ। ਇਹ ਐਕਚੁਅਲੀ ਕੀ ਹੈ, ਸਾਡੀਆਂ ਆਤਮਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਸਰੀਰਕ ਤੌਰ ਤੇ ਭਾਵੇਂ ਅਸੀਂ ਦੂਰ ਹੁੰਨੇ ਆ, ਸਾਡੀਆਂ ਜਿਹੜੀਆਂ ਆਤਮਾਵਾਂ ਹੈ ਜਾਂ ਜਦ ਕੋਈ ਨੇੜੇ ਆਉਂਦਾ ਤਾਂ ਸਾਨੂੰ ਛਿੱਕਾਂ ਆਉਣ ਲੱਗ ਜਾਂਦੀਆਂ। ਆਟੋਮੈਟਿਕ ਸਿਸਟਮ ਹੈ ਉਹ। ਸਾਨੂੰ ਜਦ ਛਿੱਕਾਂ ਆਉਂਦੀਆਂ, ਅਸੀਂ ਕਹਿੰਦੇ ਯਾਰ ਛਿੱਕਾਂ ਆ ਰਹੀਆਂ ਸੀ, ਮੈਨੂੰ ਕੋਈ ਯਾਦ ਕਰਦਾ। ਉਹ ਕਹਿੰਦਾ ਯਾਰ ਤੂੰ ਆ ਗਿਆ, ਦੇਖੋ ਕਹਿੰਦਾ ਮੈਂ ਤੁਹਾਨੂੰ ਯਾਦ ਕਰਕੇ ਤਾਂ ਹੀ ਮੈਨੂੰ ਛਿੱਕਾਂ ਆਈਆਂ। ਇਹ ਜਦੋਂ ਆਤਮਾ ਨੇੜੇ ਆ ਜਾਂਦੀ ਆ, ਆਤਮਾ 'ਤੇ ਪ੍ਰਭਾਵ ਪੈਂਦਾ ਹੈ। ਉਹ ਕੋਈ ਬੜੀ ਔਖੀ ਗੱਲ ਨਹੀਂ ਹੈਗੀ। ਆਤਮਾ ਦਾ ਆਤਮਾ ਨਾਲ ਸੰਪਰਕ ਹੈ। ਆਤਮਾ ਨੂੰ ਲੱਖਾਂ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਜਾਣਦੀ ਹੈ। ਸਰੀਰ ਨੂੰ ਭਾਵੇਂ ਆਪਾਂ 20 50 60 70 ਸਾਲ ਤੱਕ ਹੀ ਜਾਣਦੇ ਹਾਂ, ਸਰੀਰ ਖਤਮ ਹੋ ਜਾਂਦਾ। ਆਤਮਾ ਤਾਂ ਸਦਾ ਹੀ ਰਹਿੰਦੀ ਹੈ, ਜਦੋਂ ਤੱਕ ਮੋਕਸ਼ ਨਹੀਂ ਹੁੰਦਾ ਆਤਮਾ ਸਦਾ ਰਹਿੰਦੀ ਹੈ। ਇਸ ਕਰਕੇ ਆਤਮਾ ਨੂੰ ਹੀ ਜਾਣਦੀ ਹੈ। ਜਿਹੜਾ ਗਿਆਨ ਆ ਬਾਬਾ ਜੀ, ਕਿਤਾਬਾਂ 'ਚ ਮਿਲਦਾ, ਗਿਆਨ ਕਿੱਥੋਂ ਮਿਲਦਾ? ਗਿਆਨ ਦਾ ਜਿਹੜਾ ਅੱਜ ਕਿਤਾਬਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਗੜਬੜ ਹੋ ਗਈ। ਜਿਹੜੇ ਗ੍ਰੰਥ ਨੇ, ਗ੍ਰੰਥਾਂ ਦੇ ਵਿੱਚ ਵੀ ਗੜਬੜ ਹੋ ਗਈ। ਬਹੁਤ ਸਾਰਾ ਜਿਹੜਾ ਭਾਰਤੀ ਗਿਆਨ ਹੈ, ਸੰਤਾਂ ਦਾ ਪੁਰਾਣਾ 500 700 ਸਾਲ 800 ਸਾਲ ਪੁਰਾਣਾ ਜਿਹੜਾ ਆਤਮ ਗਿਆਨ ਹੈ, ਉਹਦੇ 'ਚ ਥੋੜ੍ਹੀ ਜਿਹੀ ਮਿਲਾਵਟ ਹੋਈ ਹੈ। ਕਈ ਗੱਲਾਂ ਕਿਸੇ 'ਚ ਲਿਖੀਆਂ ਹੋਈਆਂ, ਕਈ ਗੱਲਾਂ ਕਿਸੇ 'ਚ ਲਿਖੀਆਂ ਹੋਈਆਂ। ਕਿਉਂਕਿ ਅੱਜ ਭੋਗਤਾਵਾਦ ਦਾ ਜ਼ਮਾਨਾ ਹੈ। ਅਸੀਂ ਪੈਸਾ ਚਾਹੁੰਦੇ ਹਾਂ, ਕਾਰਾਂ ਚਾਹੁੰਦੇ ਹਾਂ, ਜਹਾਜ਼ਾਂ 'ਚ ਘੁੰਮਣਾ ਚਾਹੁੰਦੇ ਹਾਂ, ਬੜੇ ਦੇਸ਼ਾਂ 'ਚ ਜਾਣਾ ਚਾਹੁੰਦੇ ਹਾਂ। ਅਸੀਂ ਆਪਣੇ ਆਪ ਨੂੰ ਤਾਂ ਜਾਣਨਾ ਹੀ ਨਹੀਂ ਚਾਹੁੰਦੇ ਵੀ ਅਸੀਂ ਕੌਣ ਹਾਂ। ਇਹੀ ਸਭ ਤੋਂ ਵੱਡਾ ਭੁਲੇਖਾ ਹੈ। ਅੱਜ ਕੋਈ ਪੱਤਰਕਾਰ ਬਣ ਗਿਆ, ਉਹ ਸਿਰਫ ਇਹੀ ਕਹਿੰਦਾ ਮੈਂ ਪੱਤਰਕਾਰ ਹਾਂ, ਜਦ ਕਿ ਪੱਤਰਕਾਰ ਤਾਂ ਆਤਮਾ ਬਣੀ, ਗਿਆਨ ਤਾਂ ਆਤਮਾ ਨੂੰ ਹੋਇਆ ਪੱਤਰਕਾਰਤਾ ਦਾ। ਉਹਦੇ ਕਹੇ ਦੀ ਕੰਮ ਚੱਲਦਾ ਹੈ। ਜੇ ਪੱਤਰਕਾਰ ਸਰੀਰ ਹੋਵੇ ਤਾਂ ਸਰੀਰ ਤਾਂ ਆਤਮਾ ਦੇ ਜਾਣ ਤੋਂ ਬਾਅਦ ਵੀ ਪੱਤਰਕਾਰਤਾ ਕਰਦਾ ਰਹੇ। ਤੋ ਇਹ ਜਿਹੜਾ ਇਹਨੂੰ ਕਿਹਾ ਗਿਆ ਹੈ ਮੈਂ ਹੈ ਨਾ, ਅਹੰਕਾਰ ਹੈ। ਹਰ ਬੰਦੇ ਨੂੰ ਹਰ ਚੀਜ਼ ਦਾ ਅਹੰਕਾਰ ਹੈ। ਸੰਸਾਰ ਵੀ ਤਾਂ ਚੱਲਣਾ ਚਾਹੀਦਾ, ਚੱਲੂਗਾ ਹੀ। ਸੋ ਇਹ ਜਿਹੜਾ ਗਿਆਨ ਹੈ ਇਹ ਗ੍ਰੰਥਾਂ ਦੇ ਵਿੱਚ ਹੈਗਾ, ਲੇਕਿਨ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ। ਅੱਜ ਕਿਸੇ ਗ੍ਰੰਥ ਦੀ ਆਪਾਂ ਗੱਲ ਕਰੀਏ, ਉਹਦੀ ਭਾਸ਼ਾ ਉਹਦੀ ਜਿਹੜੀ ਹੈ ਉਹ ਇੰਨੀ ਪੁਰਾਣੀ ਹੋ ਚੁੱਕੀ ਹੈ, ਜਦ ਤੱਕ ਸਾਨੂੰ ਕੋਈ ਦੱਸੇ ਨਾ ਸਾਨੂੰ ਸਮਝ ਨਹੀਂ ਆਉਂਦਾ। ਉਹ ਦੱਸਣ ਵਾਲਾ ਛੇਤੀ ਆਪਾਂ ਨੂੰ ਮਿਲਦਾ ਨਹੀਂ। ਅਸੀਂ ਕਹਿੰਦੇ ਹਾਂ ਵੀ ਮੇਰੀ ਇੱਕ ਇੱਛਾ ਹੈ ਵੀ ਕੋਈ ਵੀ ਜਿਹੜਾ ਗ੍ਰੰਥ ਹੈ, ਜਿਹੜਾ ਕਿਸੇ ਦੀ ਭਾਸ਼ਾ ਸਮਝ ਨਹੀਂ ਆਉਂਦੀ, ਉਹਨੂੰ ਇੱਕ ਆਮ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਉਹਦਾ ਵਿਸਤਾਰ ਕਰਿਆ ਜਾਵੇ, ਤਾਂ ਕਿ ਹਰ ਇਨਸਾਨ ਉਹਨੂੰ ਪੜ੍ਹ ਸਕੇ, ਗਿਆਨ ਪ੍ਰਾਪਤ ਕਰ ਸਕੇ, ਆਪਣਾ ਕਲਿਆਣ ਕਰ ਸਕੇ। ਬਾਬਾ ਜਿੱਦਾਂ ਕਿ ਰਿੱਧੀਆਂ ਸਿੱਧੀਆਂ ਕਿਹਾ ਜਾਂਦੇ, ਬਾਕੀ ਹੈਗੀਆਂ ਨੇ? ਰਿੱਧੀਆਂ ਸਿੱਧੀਆਂ ਹੈਗੀਆਂ, ਬਿਲਕੁਲ ਹੈਗੀਆਂ, ਇਹਦੇ 'ਚ ਕੋਈ ਝੂਠ ਨਹੀਂ ਹੈ। ਰਿੱਧੀਆਂ ਸਿੱਧੀਆਂ ਵਾਲੇ ਵਿਚਾਰੇ ਥੱਲੇ ਹੀ ਰਹਿ ਜਾਂਦੇ ਨੇ, ਕਿਉਂਕਿ ਇਹਦਾ ਮਤਲਬ ਇਹ ਹੈ ਉਹ ਆਪਣੀ ਭਗਤੀ ਨੂੰ ਸਾਂਭ ਨਹੀਂ ਸਕੇ। ਭਗਤੀ ਨੂੰ ਸਾਂਭਣਾ ਬਹੁਤ ਔਖਾ ਹੈ। ਕਿਸੇ ਨੂੰ ਛੋਟਾ ਮੋਟਾ ਗਿਆਨ ਹੋ ਜਾਂਦਾ ਹੈ, ਉਹ ਪਾਰੇ ਵਾਂਗੂ ਛਾਲਾ ਮਾਰਦਾ ਫਿਰੀ ਜਾਂਦਾ ਹੈ, ਲੇਕਿਨ ਉਹ ਆਪਣਾ ਗਿਆਨ ਖਤਮ ਕਰ ਲੈਂਦਾ ਹੈ, ਆਪਣੀ ਤਾਕਤ ਨੂੰ ਖਤਮ ਕਰ ਲੈਂਦਾ ਹੈ। ਰਿੱਧੀ ਸਿੱਧੀ ਖਤਮ ਹੋ ਜਾਂਦੀ ਹੈ। ਰਿੱਧੀ ਸਿੱਧੀ ਤਾਂ ਬੰਦੇ ਨੂੰ ਮਾਰ ਲੈਂਦੀ ਹੈ। ਇੱਥੇ ਕਈ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਥੋੜ੍ਹੀ ਬਹੁਤੀ ਰਿੱਧੀ ਸਿੱਧੀ ਕੀਤੀ ਤਾਂ ਆਪਣੇ ਕੰਮ ਸਿੱਧ ਕਰਨ ਲੱਗ ਗਏ। ਆਖਰ ਉਹਨਾਂ ਨੇ ਮਾਇਆ ਨੇ ਉਹਨਾਂ ਨੂੰ ਦੱਬ ਲਿਆ, ਉਹਨਾਂ ਦੀ ਹੱਤਿਆ ਤੱਕ ਹੋ ਗਈ, ਆਤਮ ਹੱਤਿਆ ਤੱਕ ਕਈਆਂ ਨੇ ਕਰੀਆਂ। ਇਹ ਸਾਨੂੰ ਦੇਖਦੇ ਹੁੰਦੇ ਸੰਸਾਰ 'ਚ ਕੀ ਹੋ ਰਿਹਾ। ਰਿੱਧੀਆਂ ਸਿੱਧੀਆਂ ਵਾਲਾ ਜਿਹੜਾ ਕੰਮ ਹੈ ਉਹ ਖਤਰਨਾਕ ਹੈ। ਥੋੜ੍ਹੀ ਦੇਰ ਵਾਸਤੇ ਹੈ, ਆਪਾਂ ਪੈਸਾ ਦਾ ਰਿੱਧੀਆਂ ਸਿੱਧੀਆਂ ਵਾਲਾ ਇਕੱਠਾ ਕਰ ਲੂਗਾ, ਲੇਕਿਨ ਉਹਦਾ ਨਾਸ਼ ਹੋ ਜਾਊਗਾ, ਸਰਵਨਾਸ਼ ਹੋ ਜੂ। ਰਿੱਧੀਆਂ ਸਿੱਧੀਆਂ ਤੋਂ ਫਾਇਦਾ ਉਠਾਉਣ ਵਾਲੇ ਦਾ ਆਖਰ ਨੂੰ ਸਰਵਨਾਸ਼ ਹੋ ਜੂ। ਜਿਵੇਂ ਅੱਜ ਕੱਲ੍ਹ ਉਹ ਕਰਕੇ ਵੀ ਇਹ ਤੋਂ ਵੀ ਪੈਸਾ ਲੈ ਲਓ, ਉਹ ਤੋਂ ਵੀ ਲੈ ਲਓ, ਉਹ ਸਰਵਨਾਸ਼ ਹੈ। ਇੱਕ ਨਾਰੀਅਲ ਪਾਣੀ ਜਿਸ ਤਰ੍ਹਾਂ ਤੁਹਾਡਾ ਬੱਚਾ ਬਾਹਰ ਚਲੇ ਜਾਊਗਾ, ਉਹ ਜੋ ਮਰਜ਼ੀ ਕਰੀ ਜਾਓ, ਉਹ ਸਰਵਨਾਸ਼ ਹੈ। ਇਹ ਇੱਕ ਲੋਕ ਦਿਖਾਵੇ ਵਾਲੀਆਂ, ਪੈਸੇ ਠੱਗਣ ਵਾਲੀਆਂ ਗੱਲਾਂ ਨੇ, ਇਹਨਾਂ 'ਚ ਨਹੀਂ ਆਉਣਾ ਚਾਹੀਦਾ। ਗੁਰਬਾਣੀ ਗੁਰਬਾਣੀ ਦੇ ਅਸੀਂ ਬਹੁਤ ਨੇੜੇ ਹੈ।
ਅਸੀਂ ਕਿਉਂ ਗੁਰਬਾਣੀ ਤੋਂ ਤੁਰ ਜਾਣਾ? ਗੁਰਬਾਣੀ ਪੰਜਾਬ ਦੇ ਲੋਕਾਂ ਵਾਸਤੇ ਲਿਖੀ ਗਈ ਪਹਿਲਾਂ ਤਾਂ। ਜਿਹੜੀ ਭਾਸ਼ਾ ਹੈ ਇਹ ਪੰਜਾਬੀ ਭਾਸ਼ਾ ਹੈ ਸਾਰੀ, ਤੇ ਗੁਰਬਾਣੀ ਸਾਡੀ ਆਪਣੀ ਭਾਸ਼ਾ ਹੈ। ਜੇ ਅਸੀਂ ਗੁਰਬਾਣੀ ਪੜ੍ਹ ਕੇ ਸਿੱਧੇ ਰਸਤੇ ਨਹੀਂ ਚੱਲ ਸਕਦੇ, ਜੇ ਅਸੀਂ ਫੇਰ ਨਾਰੀਅਲ ਚੱਕੀ ਫਿਰਨੇ ਆ, ਫਿਰ ਸੰਧੂਰ ਚੱਕੀ ਫਿਰਨਾ, ਫਿਰ ਫੁੱਲੀਆਂ ਚੱਕੀ ਫਿਰਨੀਆਂ, ਫਿਰ ਇਹਦਾ ਮਤਲਬ ਤਾਂ ਇਹ ਹੈ ਸੀ ਗੁਰਬਾਣੀ ਤੇ ਸਾਨੂੰ ਵਿਸ਼ਵਾਸ ਨਹੀਂ। ਫਿਰ ਤਾਂ ਧੱਕੇ ਸੀ ਖਾਣੇ, ਧੱਕੇ ਖਾਈ ਜਾਓ। ਇੱਕ ਵੱਡਾ ਸਵਾਲ ਬਾਬਾ ਜੀ ਇਹ ਆ, 33 ਕਰੋੜ ਦੇਵੀ ਦੇਵਤੇ ਨੇ ਪੰਜਾਬ 'ਚ ਤੇ ਹਿੰਦੁਸਤਾਨ 'ਚ ਹਜੇ ਵੀ ਬੇਰੁਜ਼ਗਾਰੀ ਹੈ। ਇਹ ਕਿਸੇ ਚੀਜ਼ ਕਿਸੇ ਟਾਈਮ ਨਾ ਇਹ ਸ਼ਬਦ ਹੋਰ ਸੀ। 33 ਕੋਟੀ ਥਾ, 33 ਕਰੋੜ ਨਹੀਂ ਸਾ। ਅੱਛਾ। 33 ਕੋਟੀ 33 ਪ੍ਰਕਾਰ ਦੇ 33 ਪ੍ਰਕਾਰ ਦੇ ਅਸਲ 'ਚ ਵਿੱਚ ਸਾਡੇ ਗ੍ਰੰਥਾਂ ਦੇ ਵਿੱਚ ਨਾ ਕੁਝ ਗੜਬੜ ਵੀ ਹੋਈ ਹੈ। ਉਹ ਬਦਲਾਵ ਕਰਿਆ ਗਈਆਂ ਨੇ ਵੀ ਇਹ ਬੇਵਕੂਫ ਬਣੇ ਰਹਿਣ, ਤਾਂ ਉਹ ਇਹੋ ਜਿਹੀ ਗੱਲ 33 ਕਰੋੜ ਵਾਲੀ ਗੱਲ ਨਹੀਂ ਹੈ। ਤੇ ਇਹ 33 ਕੋਟੀ ਦਾ ਮਤਲਬ ਹੈ 33 ਪ੍ਰਕਾਰ ਦੇ ਦੇਵਤੇ ਰਹੇ। ਉਹ 33 ਪ੍ਰਕਾਰ ਦੇ ਦੇਵਤੇ ਆ ਜਿਹੜੇ ਬਾਹਰ ਨਹੀਂ ਹੈਗੇ, ਉਹ ਸਾਡੇ ਸਰੀਰ ਦੇ ਵਿੱਚ ਹੈ, ਅੰਗਾਂ ਦੇ ਵਿੱਚ ਹੈ। ਇਹ ਜਿਹੜਾ ਸਾਡਾ ਸਰੀਰ ਹੈ, ਇਹ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਇਹ ਬ੍ਰਹਮੰਡ ਹੈ। ਸਾਡਾ ਸਰੀਰ, ਮਨੁੱਖ ਦਾ ਸਰੀਰ ਜੋ ਬ੍ਰਹਮੰਡ ਹੈ ਉਹੀ ਇਹ ਪਿੰਡ ਹੈ। ਪਿੰਡ ਸਰੀਰ ਨੂੰ ਕਿਹਾ ਗਿਆ। ਇਹ ਭਗਵਦ ਗੀਤਾ 'ਚ ਵੀ ਲਿਖਿਆ ਹੈ, ਨਾਨਕ ਦੇਵ ਜੀ ਨੇ ਕਿਹਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ, ਇਹ ਨਾਨਕ ਜੀ ਨੇ ਕਿਹਾ ਹੈ। ਜੋ ਬ੍ਰਹਮੰਡ ਮੇਂ ਹੈ ਸੋਈ ਪਿੰਡ ਮੇਂ ਹੈ, ਇਹ ਭਗਵਦ ਗੀਤਾ 'ਚ ਵੀ ਹੈ। 5600 ਸਾਲ ਪਹਿਲਾਂ ਲਿਖਿਆ ਗਿਆ, 500 ਸਾਲ 550 ਸਾਲ ਗੁਰੂ ਗ੍ਰੰਥ ਸਾਹਿਬ 'ਚ ਵੀ ਨਾਨਕ ਜੀ ਨੇ ਵੀ ਲਿਖਿਆ ਦੁਬਾਰਾ ਆ ਕੇ। ਕਿਉਂਕਿ ਗਿਆਨ ਤਾਂ ਇੱਕੋ ਹੀ ਹੈ, ਗਿਆਨ 10 12 ਨਹੀਂ, ਗਿਆਨ 10 12 ਨਹੀਂ, ਬ੍ਰਹਮ ਗਿਆਨ ਇੱਕੋ ਹੀ ਹੈ, ਪਰ ਬ੍ਰਹਮ ਗਿਆਨ ਇੱਕੋ ਹੀ ਹੈ। ਜਿਹਨੂੰ ਵੀ ਹੋਊਗਾ ਇੱਕੋ ਹੀ ਰਸਤਾ ਹੈ, ਰਸਤਾ ਇੱਕੋ ਹੀ ਹੈ, ਗਿਆਨ ਇੱਕੋ ਹੀ ਹੈ। ਹਜ਼ਾਰਾਂ ਗਿਆਨ ਨਹੀਂ, ਕੋਈ ਅਲੱਗ-ਅਲੱਗ ਗਿਆਨ ਨਹੀਂ, ਇੱਕੋ ਹੀ ਗਿਆਨ ਹੈ। ਬ੍ਰਹਮ ਗਿਆਨ ਇੱਕੋ ਹੀ ਹੈ, ਆਤਮ ਗਿਆਨ ਇੱਕੋ ਹੀ ਹੈ, ਪਰ ਬ੍ਰਹਮ ਗਿਆਨ ਇੱਕੋ ਹੀ ਹੈ, ਬ੍ਰਹਮੰਡ ਇੱਕੋ ਹੀ ਹੈ। ਇਹ ਸਰੀਰ ਵੀ ਇੱਕੋ ਹੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਤੁਸੀਂ ਹਿੰਮਤ ਕਰੋ, ਤਿਆਗ ਕਰੋ, ਇਹ ਸਰੀਰ ਦੇ ਵਿੱਚੋਂ ਹੀ ਪਾਉਣਾ, ਇਹ ਸਰੀਰ ਦੇ ਵਿੱਚ ਹੀ ਆ, ਉਹ ਬਾਹਰ ਨਹੀਂ ਹੈਗਾ। ਇਹਦੇ ਵਿੱਚੋਂ ਹੀ ਰਸਤਾ ਜਾਂਦਾ। ਨਾ ਰੱਬ ਮਿਲਦਿਆ ਨਹਾਤਿਆਂ ਧੋਤਿਆਂ, ਨਾ ਹੀ ਮੰਦਰ ਮਸੀਤਾਂ। ਨਹੀਂ ਮਿਲਦਾ, ਨਾ ਰੱਬ ਮਿਲਦਾ ਨਹਾਤਿਆਂ ਧੋਤਿਆਂ। ਇਹ ਤਾਂ ਕਹਾਣੀਆਂ ਗੁਰੂ ਬਾਬਿਆਂ ਨੇ ਸਮਝਾਈਆਂ ਹੋਈਆਂ, ਉਹ ਨਹਾਉਣ ਧੋਣ ਨਾਲ ਨਹੀਂ ਮਿਲਦਾ। ਇਹ ਸਭ ਤਿਲਕ ਜਨੇਊ, ਇਹ ਮੈਂ ਜ਼ਿਆਦਾ ਵਿਰੋਧਤਾ ਨਹੀਂ ਕਰਦਾ, ਲੇਕਿਨ ਇਹ ਪਹਿਚਾਨ ਹੈ। ਜਨੇਊ ਤਿਲਕ ਪਹਿਚਾਨ ਹੈ ਵੀ ਇਹ ਹਿੰਦੂ ਹੈ। ਇਹ ਕੋਈ ਗੱਲ ਨਹੀਂ। ਇਹ ਬਾਗਾ ਹੈ ਜਿਹੜੀ ਇਹ ਦਸਤਾਰ ਹੈ, ਇਹ ਪਹਿਚਾਨ ਹੈ ਵੀ ਇਹ ਸਿੱਖੀਜ਼ਮ ਨਾਲ ਜੁੜਿਆ ਹੋਇਆ ਹੈ, ਸਿੱਖੀ ਹੈ, ਜਿਹਦਾ ਸਿੱਖੀ ਦੇ ਨੇੜੇ ਹੈ। ਇਹ ਥੋੜ੍ਹੀ ਜਿਹੀ ਪਹਿਚਾਨ ਹੈ। ਇਹਦੇ ਨਾਲ ਇਹ ਨਹੀਂ ਸਾਡੇ ਵਿੱਚ ਨਹੀਂ ਘੁੰਬੜ ਗਿਆ। ਜਦ ਅਸਲ 'ਚ ਹੋਣਾ ਚਾਹੀਦਾ ਅੰਦਰ ਹੋਣਾ, ਸਿੱਖੀ ਵੀ ਅੰਦਰ, ਹਿੰਦੂਤਵ ਵੀ ਅੰਦਰ, ਆਤਮਿਕ ਗਿਆਨ ਵੀ ਅੰਦਰ, ਪਰਮੇਸ਼ਵਰ ਵੀ ਅੰਦਰ, ਸਭ ਕੁਝ ਅੰਦਰ ਹੈ। ਫਿਰ ਬਾਹਰ ਦਾ ਦਿਖਾਵਾ ਹੈ, ਬਾਹਰ ਦਾ ਲੋਕ ਦਿਖਾਵਾ, ਬਿਲਕੁਲ ਪਿਓਰ ਸ਼ੁੱਧ ਦਿਖਾਵਾ ਹੈ। ਇਹਦਾ ਕੋਈ ਮਤਲਬ, ਜੋ ਕੁਝ ਪ੍ਰਾਪਤ ਹੈ ਤੁਹਾਡੇ ਅੰਦਰ ਹੈ, ਇਹਨੂੰ ਕੋਈ ਖੋ ਨਹੀਂ ਸਕਦਾ। ਪਰ ਇਹ ਵੀ ਗੱਲ ਗਲਤ ਹੈ, ਇਹ ਖੋਇਆ ਵੀ ਜਾਂਦਾ ਹੈ। ਅੱਛਾ ਜੀ। ਹਾਂਜੀ, ਖਜ਼ਾਨਾ ਲੁੱਟਿਆ ਵੀ ਜਾਂਦਾ। ਹਾਂ ਬਿਲਕੁਲ, ਇਹ ਖਜ਼ਾਨਾ ਲੁੱਟਿਆ ਵੀ ਜਾਂਦਾ ਹੈ, 100% ਲੁੱਟਿਆ ਜਾਂਦਾ ਹੈ। ਜੇ ਕਿਸੇ ਨੂੰ ਨਹੀਂ ਸਮਝ ਹੈਗੀ, ਉਹ ਮੇਰੇ ਕੋਲ ਆ ਕੇ ਆ ਜਾਵੇ, ਮੈਂ ਉਹਨੂੰ ਸਮਝਾ ਦੂੰਗਾ ਇਹ ਕਿਵੇਂ ਲੁੱਟਿਆ ਜਾਂਦਾ ਹੈ। ਇਹ ਸੱਚ ਹੈ, ਖਜ਼ਾਨਾ ਲੁੱਟਿਆ ਜਾਂਦਾ ਹੈ। ਜਿਹਦੇ ਕੋਲ ਖਜ਼ਾਨਾ ਆਉਂਦਾ, ਜਿਹੜੇ ਲੁਟੇਰੇ ਆ ਉਹਦੀ ਪਛਾਣ ਕਰ ਲੈਂਦੇ ਆ, ਫਿਰ ਉਹਦੇ ਮਗਰ ਲੱਗ ਜਾਂਦੇ ਆ, ਫਿਰ ਉਹਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ। ਭਾਗਾਂ ਵਾਲੇ ਬਚ ਜਾਂਦੇ ਆ, ਜਿਨ੍ਹਾਂ ਨੂੰ ਮਾੜਾ ਮੋਟਾ ਪਤਾ ਤਾਂ ਲੁੱਟੇ ਵੀ। ਮਸਲੇ 'ਤੇ ਡਿਸਕਸ ਕਰਨਾ ਚਾਹੁੰਦਾ ਵੀ ਕਿਵੇਂ ਲੁੱਟਿਆ ਜਾਂਦਾ ਹੈ, ਮੈਂ ਉਹਨੂੰ 2 ਮਿੰਟ ਸਮਝਾ ਦੂੰਗਾ। ਮੇਰੇ ਕੋਲ ਆ ਜਾਵੇ, ਮੈਂ ਦੱਸੂਗਾ ਉਹਨੂੰ ਕਿਵੇਂ ਲੁੱਟਿਆ ਜਾਂਦਾ ਔਰ ਕਿੱਥੋਂ ਲੁੱਟਿਆ ਜਾਂਦਾ, ਇਹਦਾ ਲੁੱਟਣ ਦਾ ਤਰੀਕਾ ਕੀ ਹੈ। ਇਹ ਸਨ ਬਾਬਾ ਜੀ ਸਾਡੇ ਨਾਲ। ਮੱਕੀ ਰੋਟੀ ਸਰੋਂ ਦਾ ਸਾਗ ਜਿਹੜਾ ਸਰਹੰਦ ਰੋਡ ਤੇ ਪੁਲ ਉੱਤਰਦੀ ਸਾਰੇ ਜਿਹੜੀ ਉਹਨਾਂ ਦੇ ਆਪਣੇ ਦੁਕਾਨ ਆ, ਜਿੱਥੇ ਮੱਕੀ ਰੋਟੀ ਸਰੋਂ ਦਾ ਸਾਗ ਮਿਲਦਾ। ਅੱਜ ਕੱਲ੍ਹ ਤੇ ਆਪਣੇ ਕਣਕ ਦੀ ਰੋਟੀ ਜਿਹੜੇ ਖਵਾ ਰਹੇ ਨੇ, ਤੇ ਰੂਹਾਨੀਅਤ ਦਾ ਖਜ਼ਾਨਾ ਬਹੁਤ ਜ਼ਿਆਦਾ ਆ ਬਾਬਾ ਜੀ ਕੋਲ, ਤੇ ਜਿਹੜੇ ਹੈਗੇ ਨੇ ਵਹਿਮਾਂ ਭਰਮਾਂ 'ਚ ਲੋਕਾਂ ਨੂੰ ਕੱਢ ਰਹੇ ਨੇ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਸੀਂ ਦੇਖ ਰਹੇ ਹੋ ਦਾ ਨਿਊਜ਼ ਟ੍ਰੇਲਰ। ਮੇਰਾ ਨਾਮ ਕੈਮਰਾਮੈਨ ਪੰਮਾ ਧਮਾਨ।